हाँ जी स्टूडेंट्स वेलकम करते हैं तुहाडा टू स्टडी क्लास यूट्यूब चैनल ਦੇ ਵਿੱਚ। इस वीडियो ਦੇ ਵਿੱਚ स्टूडेंट्स ਆਪਾਂ ਜਿਹੜੇ ਕਿ 12th ਕਲਾਸ ਸਟੂਡੈਂਟਸ ਦੇ ਲਈ ਪੋਲੀਟੀਕਲ ਸਾਇੰਸ ਦੇ ਜਿਹੜੇ ਕਿ ਰਹਿੰਦੇ ਚੈਪਟਰਾਂ ਦੇ 3-3 ਅੰਕਾਂ ਵਾਲੇ ਕੁਐਸਚਨ ਆਨਸਰ ਕਰਾਂਗੇ, ਸਮਝਾ ਕੇ ਤੁਹਾਨੂੰ ਯਾਦ ਕਰਵਾਵਾਂਗੇ। ਸੋ ਮੋਸਟ ਇੰਪੋਰਟੈਂਟ ਆਪਾਂ ਕੁਐਸਚਨ ਤੁਹਾਡੇ ਨਾਲ ਡਿਸਕਸ ਕਰਾਂਗੇ। ਤੇ ਪਾਰਟ 1 ਵੀਡੀਓ ਆਲਰੇਡੀ ਅਪਲੋਡ ਕੀਤੀ ਗਈ ਹੈ, ਠੀਕ ਹੈ, ਜਿਹਦੇ ਵਿੱਚ ਪਹਿਲਾਂ ਵਾਲੇ ਸਟਾਰਟਿੰਗ ਵਾਲੇ ਚੈਪਟਰਸ ਨੇ ਤੇ ਉਹਦਾ ਲਿੰਕ ਮੈਂ ਕਮੈਂਟ ਬਾਕਸ ਦੇ ਵਿੱਚ ਪਿਨ ਕਰ ਦੂੰਗੀ। ਤੁਸੀਂ ਉੱਥੋਂ ਵਿਜ਼ਿਟ ਕਰਕੇ ਜਿਹੜੇ ਕਿ ਪਹਿਲਾਂ ਵਾਲੇ ਵੀਡੀਓਜ਼ ਜਿਹੜੇ ਕਿ ਪਾर्ट 1 ਵੀਡੀਓ 3-3 ਅੰਕਾਂ ਵਾਲੇ ਕੁਐਸਚਨ ਤੁਸੀਂ ਦੇਖ ਸਕਦੇ ਹੋ। ਹਾਂਜੀ, ਫਸਟ ਕੁਐਸਚਨ ਹੈ ਸੰਸਦੀ ਸਰਕਾਰ ਤੋਂ ਤੁਹਾਡਾ ਕੀ ਭਾਵ ਆ? ਤਾਂ ਜਿੱਥੇ ਕਾਰਜਪਾਲਿਕਾ ਵਿਧਾਨ ਪਾਲਿਕਾ ਵਿੱਚ ਨਿਕਟਵਰਤੀ ਸੰਬੰਧ ਹੋਣ, ਠੀਕ ਹੈ, ਤੇ ਕਾਰਜਪਾਲਿਕਾ ਆਪਣੇ ਹਰ ਕੰਮ ਦੇ ਲਈ ਜਿਹੜੇ ਕਿ ਵਿਧਾਨ ਪਾਲਿਕਾ ਨੂੰ ਉੱਤਰਦਾਈ ਹੋਵੇ, ਸਰਕਾਰ ਦੇ ਪ੍ਰਤੀ ਉੱਤਰਦਾਈ ਹੋਵੇ, ਉੱਥੇ ਹੁੰਦੀ ਹੈ ਸੰਸਦੀ ਸਰਕਾਰ। ਤੇ ਸੰਸਦੀ ਸਰਕਾਰ ਕਿੱਥੋਂ ਲਈ ਗਈ ਆ? ਇਹ ਆਪਣਾ ਅਡਾਪਟ ਕੀਤੀ ਗਈ ਆ ਬ੍ਰਿਟੇਨ ਤੋਂ, ਠੀਕ ਹੈ। ਸੰਸਦੀ ਸਰਕਾਰ ਦਾ ਆਈਡੀਆ ਜਿਹੜੇ ਕਿ ਬ੍ਰਿਟੇਨ ਤੋਂ ਲਿਆ ਗਿਆ। ਬ੍ਰਿਟੇਨ ਭਾਵ ਕਿ ਇੰਗਲੈਂਡ। ਤੇ ਇਹਦੇ ਵਿੱਚ ਕਾਰਜਪਾਲਿਕਾ ਨਾਮਾਤਰ ਤੇ ਅਸਲੀ ਕਾਰਜਪਾਲਿਕਾ। ਅਸਲੀ ਕਾਰਜਪਾਲਿਕਾ ਹੁੰਦਾ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ, ਤੇ ਨਾਮਾਤਰ ਕਾਰਜਪਾਲਿਕਾ ਹੁੰਦਾ ਰਾਸ਼ਟਰਪਤੀ, ਠੀਕ ਹੈ। ਤੇ ਇਹਦੇ ਵਿੱਚ ਇਹ ਦੱਸਿਆ ਹੋਇਆ। ਉਸ ਤੋਂ ਬਾਅਦ ਨਾਮਾਤਰ ਕਾਰਜਪਾਲਿਕਾ, ਅਸਲੀ ਕਾਰਜਪਾਲਿਕਾ, ਇਹਦੇ ਵਿਸ਼ੇਸ਼ਤਾਵਾਂ। ਵਿਧਾਨ ਪਾਲਿਕਾ ਕਾਰਜਪਾਲਿਕਾ ਵਿੱਚ ਨਿਕਟਵਰਤੀ ਸੰਬੰਧ। ਵਿਧਾਨ ਪਾਲਿਕਾ ਕਾਰਜਪਾਲਿਕਾ ਪ੍ਰਤੀ ਸਮੂਹਿਕ ਉੱਤਰਦਾਇਕਤਾ ਹੁੰਦੀ ਹੈ। ਤੇ ਅਸਲੀ ਕਾਰਜਪਾਲਿਕਾ ਦਾ ਕਾਰਜਕਾਲ ਜਿਹੜਾ ਅਨਿਸ਼ਚਿਤ ਹੁੰਦਾ, ਠੀਕ ਹੈ, ਕਿਉਂਕਿ ਉਹਨੂੰ ਜਿਹੜੇ ਕਿ 5 ਸਾਲ ਬਾਅਦ ਵੋਟਿੰਗ ਤੋਂ ਬਾਅਦ ਜਿਹੜੇ ਕਿ 5 ਸਾਲ ਬਾਅਦ ਜਿਹੜੀ ਸਰਕਾਰ ਚੇਂਜ ਹੁੰਦੀ ਹੈ। ਤੇ ਭਾਰਤ ਨੇ ਸੰਸਦੀ ਪ੍ਰਣਾਲੀ ਨੂੰ ਕਿਉਂ ਬਣਾਇਆ? ਇਹਨੂੰ ਇੱਕ ਵਾਰ ਜਸਟ ਰੀਡ ਕਰ ਲੈਣਾ, ਠੀਕ ਹੈ, ਇੱਕ ਵਾਰ ਇਹਨੂੰ ਰੀਡ ਕਰ ਲੈਣਾ, ਤੇ ਕਿਉਂਕਿ ਆਇਆ ਹੋਇਆ ਆ ਸਕਦਾ ਹੁੰਦਾ। ਤੇ ਸਮੂਹਿਕ ਜ਼ਿੰਮੇਵਾਰੀ ਕੀ ਹੈ? ਹਾਂਜੀ, ਵਿਧਾਨ ਮੰਡਲ ਦੇ ਪ੍ਰਤੀਨਿਧੀ ਜਿਹੜੇ ਕਿ ਸਦਨ ਪ੍ਰਤੀ ਆਪਣੀ ਅਸਲੀ ਕਾਰਜਪਾਲਿਕਾ ਦੀ ਸਮੂਹਿਕ ਜ਼ਿੰਮੇਵਾਰੀ ਸੰਸਦ ਦੀ ਜਿਹੜੀ ਪ੍ਰਣਾਲੀ ਦੀ ਮਹੱਤਵਪੂਰਨ ਵਿਸ਼ੇਸ਼ਤਾ, ਭਾਵ ਕਿ ਵਿਧਾਨ ਮੰਡਲ ਦੇ ਪ੍ਰਤੀ ਜਿਹੜੀ ਅਸਲੀ ਕਾਰਜਪਾਲਿਕਾ ਉਹ ਸਮੂਹਿਕ ਰੂਪ ਦੇ ਵਿੱਚ ਜ਼ਿੰਮੇਵਾਰ ਹੁੰਦੇ ਆ। ਸਪੋਜ਼ ਉਹਦੇ ਵਿੱਚ ਜੇ 15 ਮੈਂਬਰ ਨੇ ਤਾਂ ਸਮੂਹ ਦੇ ਵਿੱਚ ਇਕੱਠੇ ਹੀ ਜ਼ਿੰਮੇਵਾਰ ਹੋਣਗੇ, ਠੀਕ ਹੈ। ਤੇ ਭਾਰਤੀ ਸੰਵਿਧਾਨ ਦੇ ਵਿੱਚ ਇਹ ਵਿਵਸਥਾ ਕਿ ਮੰਤਰੀ ਪ੍ਰੀਸ਼ਦ ਸਮੂਹਿਕ ਤੌਰ ਤੇ ਲੋਕ ਸਭਾ ਪ੍ਰਤੀ ਉੱਤਰਦਾਈ ਹੁੰਦੀ ਹੈ। ਸਮੂਹਿਕ ਜ਼ਿੰਮੇਵਾਰੀ ਦਾ ਆਪਾਂ ਕਹਿ ਸਕਦੇ ਕਿ ਮੰਤਰੀ ਪ੍ਰੀਸ਼ਦ ਇੱਕ ਸਮੂਹ ਦੇ ਤੌਰ ਤੇ ਕੰਮ ਕਰਦੀ ਹੈ ਤੇ ਇੱਕ ਸਮੂਹ ਦੇ ਰੂਪ ਦੇ ਵਿੱਚ ਉਹ ਜੀਵਤ ਰਹਿ ਸਕਦੀ ਹੈ ਤੇ ਉਸ ਦਾ ਸਮੂਹ ਹੀ ਹਰ ਕੰਮ ਦੇ ਲਈ ਜਿਹੜੇ ਕਿ ਉੱਤਰਦਾਈ ਹੁੰਦਾ। ਤੇ ਸਮੂਹਿਕ ਜ਼ਿੰਮੇਵਾਰੀ ਦਾ ਅਰਥ ਇਹ ਹੈ ਕਿ ਮੰਤਰੀ ਮੰਡਲ ਦੇ ਕਿਸੇ ਵੀ ਨਿਰਣੇ ਦੀ ਜ਼ਿੰਮੇਵਾਰੀ ਤੋਂ ਕੋਈ ਵੀ ਮੰਤਰੀ ਕਿਸੇ ਵੀ ਆਧਾਰ ਤੇ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਦਾ। ਜੇਕਰ ਕੋਈ ਮੰਤਰੀ ਆਪਣੇ ਮੰਤਰੀ ਮੰਡਲ ਦੇ ਕਿਸੇ ਨਿਰਣੇ ਨਾਲ ਸਹਿਮਤ ਨਹੀਂ ਹੈ ਤਾਂ ਆਪਣੀ ਅਸਹਿਮਤੀ ਦਾ ਪ੍ਰਗਟਾਵਾ ਖੁੱਲ੍ਹੇ ਤੌਰ ਤੇ ਨਹੀਂ ਕਰ ਸਕਦਾ। ਇਸ ਸਥਿਤੀ ਦੇ ਵਿੱਚ ਮੰਤਰੀ ਮੰਡਲ ਤੋਂ ਤਿਆਗ ਪੱਤਰ ਦੇਣਾ ਹੀ ਇੱਕੋ ਰਸਤਾ ਹੋਊਗਾ, ਠੀਕ ਹੈ। ਤੇ ਵਿਅਕਤੀਗਤ ਜ਼ਿੰਮੇਵਾਰੀ, ਇਹ 'ਚ ਭਾਵ ਕਿ ਹਰ ਜਿਹੜਾ ਸੰਸਦੀ ਸ਼ਾਸਨ ਪ੍ਰਣਾਲੀ ਉਹਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਦੇ ਨਾਲ ਨਾਲ ਉਹਨਾਂ ਦੀ ਵਿਅਕਤੀਗਤ ਜ਼ਿੰਮੇਵਾਰੀ ਹੁੰਦੀ ਹੈ, ਕਿਉਂਕਿ ਵਿਅਕਤੀਗਤ ਤੌਰ ਤੇ ਵੀ ਉਹਨਾਂ ਨੂੰ ਜਿਹੜੇ ਕਿ ਵਿਭਾਗ ਸੌਂਪੇ ਵੀ ਹੁੰਦੇ ਨੇ। ਤਾਂ ਜਿਹੜਾ ਵਿਭਾਗ ਜਿਸ ਨੂੰ ਸੌਂਪਿਆ ਵਾ ਹੁੰਦਾ ਉਸ ਵਿਭਾਗ ਦੇ ਲਈ ਉਹ ਖੁਦ ਉਹ ਜ਼ਿੰਮੇਵਾਰ ਹੁੰਦਾ, ਠੀਕ ਹੈ। ਤਾਂ ਉਹ ਹੋ ਗਿਆ ਵਿਅਕਤੀਗਤ ਜ਼ਿੰਮੇਵਾਰੀ। ਤੇ ਹਾਂਜੀ, ਨਾਮਾਤਰ ਕਾਰਜਪਾਲਿਕਾ ਅਸਲੀ ਕਾਰਜਪਾਲਿਕਾ ਵਿੱਚ ਕੀ ਅੰਤਰ ਹੈ? ਤਾਂ ਇਹਦੇ ਵਿੱਚ ਜਿਹੜੇ ਕਿ ਵਿਵਹਾਰਿਕ ਤੌਰ ਦੇ ਵਿੱਚ ਰਾਸ਼ਟਰਪਤੀ ਨਾਮਾਤਰ ਕਾਰਜਪਾਲਿਕਾ, ਮੰਤਰੀ ਮੰਡਲ ਅਸਲੀ ਕਾਰਜਪਾਲਿਕਾ, ਜਿਹਦੇ ਵਿੱਚ ਪ੍ਰਧਾਨ ਮੰਤਰੀ ਮੰਤਰੀ ਮੰਡਲ ਆਉਂਦਾ। ਤੇ ਇਹਨਾਂ ਦੋਨਾਂ ਦੇ ਵਿੱਚ ਮੁੱਖ ਅੰਤਰ ਕੀ ਹੈ ਕਿ ਸੰਵਿਧਾਨ ਨੇ ਸਾਰੀਆਂ ਸ਼ਕਤੀਆਂ ਨਾਮਾਤਰ ਕਾਰਜਪਾਲਿਕਾ ਨੂੰ ਦਿੱਤੀਆਂ ਨੇ, ਭਾਵ ਕਿ ਰਾਸ਼ਟਰਪਤੀ ਦੇ ਨਾਂ ਤੇ ਸਾਰਾ ਸ਼ਾਸਨ ਚੱਲਦਾ, ਬਟ ਉਹਨਾਂ ਦੀ ਅਸਲੀ ਵਰਤੋਂ ਕੌਣ ਕਰਦਾ? ਜਿਹੜੇ ਕਿ ਅਸਲੀ ਵਰਤੋਂ ਕਰਦਾ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ। ਪਰੰਤੂ ਨਾਮਾਤਰ ਕਾਰਜਪਾਲਿਕਾ ਭਾਵ ਰਾਸ਼ਟਰਪਤੀ ਉਹਨਾਂ ਸ਼ਕਤੀਆਂ ਦੀ ਵਰਤੋਂ ਸੁਤੰਤਰ ਰੂਪ ਦੇ ਵਿੱਚ ਨਹੀਂ ਕਰ ਸਕਦਾ। ਤੇ ਸੰਵਿਧਾਨ ਵਿੱਚ ਇਹ ਵਿਵਸਥਾ ਕਿ ਰਾਸ਼ਟਰਪਤੀ ਆਪਣੀ ਸ਼ਕਤੀਆਂ ਦੀ ਵਰਤੋਂ ਮੰਤਰੀ ਮੰਡਲ ਦੀ ਸਲਾਹ ਅਨੁਸਾਰ ਕਰੂਗਾ ਤੇ ਰਾਸ਼ਟਰਪਤੀ ਲਈ ਮੰਤਰੀ ਮੰਡਲ ਦੀ ਸਲਾਹ ਮੰਨਣਾ ਅਨੁਸਾਰ ਕੰਮ ਕਰਨਾ ਲਾਜ਼ਮੀ ਹੈ। ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਕਾਰਜਕਾਰੀ ਸ਼ਕਤੀਆਂ ਦੀ ਅਸਲੀ ਵਰਤੋਂ ਮੰਤਰੀ ਮੰਡਲ ਦੁਆਰਾ ਹੀ ਕੀਤੀ ਜਾਂਦੀ ਹੈ ਤੇ ਮੰਤਰੀ ਮੰਡਲ ਨੂੰ ਇਸੇ ਕਰਕੇ ਅਸਲੀ ਕਾਰਜਪਾਲਿਕਾ ਕਿਹਾ ਜਾਂਦਾ। ਨਾਮਾਤਰ ਕਾਰਜਪਾਲਿਕਾ ਕਿਉਂਕਿ ਸਿਰਫ ਉਹਦੇ ਰਾਸ਼ਟਰਪਤੀ ਦਾ ਸਿਰਫ ਸਿਗਨੇਚਰ ਕੰਮ ਕਰਦੇ ਨੇ, ਬਾਕੀ ਸਾਰਾ ਟੋਟਲ ਕੰਮ ਕੌਣ ਕਰਦਾ? ਜਿਹੜੇ ਪ੍ਰਧਾਨ ਮੰਤਰੀ ਮੰਤਰੀ ਮੰਡਲ ਕਰਦਾ, ਜਿਸ ਕਰਕੇ ਜਿਹੜੇ ਕਿ ਰਾਸ਼ਟਰਪਤੀ ਨਾਮਾਤਰ ਕਾਰਜਪਾਲਿਕਾ। ਤੇ ਜਵਾਬਦੇਹੀ ਵਾਲੀ ਤੁਸੀਂ ਇੱਕ ਵਾਰ ਜਸਟ ਰੀਡ ਕਰ ਲੈਣਾ। ਨੈਕਸਟ ਹੈ ਅਧਿਆਦੇਸ਼ ਆਰਡੀਨੈਂਸ ਕੀ ਹੁੰਦਾ? ਹਾਂਜੀ, ਭਾਰਤੀ ਸੰਵਿਧਾਨ ਵਿੱਚ ਅਧਿਆਦੇਸ਼ ਦੀ ਵਿਵਸਥਾ ਕੀਤੀ ਗਈ ਹੈ। ਅਧਿਆਦੇਸ਼ ਕੇਂਦਰ ਦੇ ਵਿੱਚ ਰਾਸ਼ਟਰਪਤੀ ਦੁਆਰਾ ਤੇ ਰਾਜਾਂ ਦੇ ਵਿੱਚ ਗਵਰਨਰ ਜਾਰੀ ਕਰਦਾ। ਰਾਜਾਂ ਦੇ ਵਿੱਚ ਗਵਰਨਰ ਜਾਰੀ ਕਰਦਾ, ਸਟੇਟਾਂ ਦੇ ਵਿੱਚ, ਤੇ ਦੇਸ਼ ਦੇ ਵਿੱਚ ਰਾਸ਼ਟਰਪਤੀ ਜਾਰੀ ਕਰਦਾ। ਰਾਸ਼ਟਰਪਤੀ ਅਧਿਆਦੇਸ਼ ਉਸ ਸਮੇਂ ਜਾਰੀ ਕਰਦਾ ਜਦੋਂ ਸੰਸਦ ਦਾ ਸਮਾਗਮ ਜਿਹੜੇ ਕਿ ਨਾ ਚੱਲ ਰਿਹਾ ਹੋਵੇ। ਤਾਂ ਇਸੇ ਤਰ੍ਹਾਂ ਰਾਜ ਦੇ ਵਿੱਚ ਰਾਜਪਾਲ ਵੀ ਉਸੇ ਸਮੇਂ ਅਧਿਆਦੇਸ਼ ਜਾਰੀ ਕਰਦਾ ਜਦੋਂ ਰਾਜ ਵਿਧਾਨ ਮੰਡਲ ਦਾ ਸਮਾਗਮ ਨਾ ਹੋ ਰਿਹਾ ਹੋਵੇ। ਤਾਂ ਰਾਸ਼ਟਰਪਤੀ ਦੁਆਰਾ ਜਾਰੀ ਕੀਤੇ ਗਏ ਅਧਿਆਦੇਸ਼ ਦੀ ਸਥਿਤੀ ਸੰਸਦ ਦੇ ਕਾਨੂੰਨ ਦੇ ਬਰਾਬਰ ਹੁੰਦੀ ਹੈ ਤੇ ਰਾਜਪਾਲ ਜਿਹੜਾ ਅਧਿਆਦੇਸ਼ ਜਾਰੀ ਕਰਦਾ ਉਹ ਰਾਜ ਵਿਧਾਨ ਮੰਡਲ ਦੇ ਕਾਨੂੰਨ ਦੇ ਬਰਾਬਰ ਹੁੰਦੀ ਹੈ। ਬਟ ਅਧਿਆਦੇਸ਼ ਦਾ ਕਾਰਜਕਾਲ ਹੈ ਜਿਹੜੇ ਕਿ ਅਸਥਾਈ ਹੁੰਦਾ, ਠੀਕ ਹੈ।
ਤਾਂ ਭਾਰਤੀ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਦੁਆਰਾ ਅਧਿਆਦੇਸ਼ ਜਾਰੀ ਕਰਨ ਮਗਰੋਂ ਸੰਸਦ ਜਦੋਂ ਵੀ ਸੰਸਦ ਦਾ ਸਮਾਗਮ ਸ਼ੁਰੂ ਹੋ ਜਾਂਦਾ ਤਾਂ ਉਸੇ ਸਮੇਂ ਹੀ ਜਿਹੜੀ ਕਿ ਅਧਿਆਦੇਸ਼ ਦੀ ਮਿਤੀ ਉਹ ਸਮਾਪਤ ਹੋ ਜਾਂਦੀ ਹੈ। ਤੇ ਉਸ ਅਧਿਆਦੇਸ਼ ਸਮਾਗਮ ਆਰੰਭ ਹੋਣ ਤੋਂ ਮਿਤੀ ਤੋਂ ਲੈ ਕੇ 6 ਹਫ਼ਤਿਆਂ ਦੇ ਅੰਦਰ ਸੰਸਦ ਦੇ ਵਿੱਚ ਇੱਕ ਤਾਂ ਪੇਸ਼ ਕੀਤਾ ਜਾਣਾ ਵੀ ਜ਼ਰੂਰੀ ਹੁੰਦਾ ਹੈ। ਠੀਕ ਹੈ। ਤੇ ਇਸੇ ਤਰ੍ਹਾਂ ਰਾਜਪਾਲ ਜਿਹੜਾ ਅਧਿਆਦੇਸ਼ ਜਾਰੀ ਕਰਦਾ ਉਹਨੂੰ ਵੀ ਵਿਧਾਨ ਮੰਡਲ ਵਿੱਚ ਪੇਸ਼ ਕੀਤਾ ਜਾਣਾ ਜ਼ਰੂਰੀ ਹੁੰਦਾ। ਹਾਂਜੀ, ਰਾਸ਼ਟਰਪਤੀ ਨੂੰ ਨਾਮਾਤਰ ਸੰਵਿਧਾਨਿਕ ਮੁਖੀ ਕਿਉਂ ਕਿਹਾ ਜਾਂਦਾ, ਇਹ ਆਪਣਾ ਹੋਏ ਗਿਆ ਡਿਸਕਸ। ਠੀਕ ਹੈ ਵੀ ਸ਼ਕਤੀਆਂ ਤਾਂ ਬੇਸ਼ੱਕ ਸਾਰੀਆਂ ਸੰਵਿਧਾਨ ਦੇ ਅਕੋਰਡਿੰਗ ਰਾਸ਼ਟਰਪਤੀ ਨੂੰ ਦਿੱਤੇ ਗਏ ਨੇ, ਬਟ ਫਿਰ ਵੀ ਉਹ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ। ਕਾਰਜਕਾਰੀ ਸ਼ਕਤੀਆਂ ਦੀ ਅਸਲ ਵਰਤੋਂ ਕੌਣ ਕਰਦਾ? ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ। ਠੀਕ ਹੈ, ਜਿਸ ਕਰਕੇ ਇਹਨੂੰ ਨਾ ਮਾਤਰ ਦਾ ਸੰਵਿਧਾਨਿਕ ਮੁਖੀ ਕਿਹਾ ਜਾਂਦਾ। ਤੇ 356 ਦਾ ਜਿਹੜੇ ਕਿ ਦੁਰਉਪਯੋਗ ਇਹਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ। ਠੀਕ ਹੈ, ਬਾਕੀ ਜਿਹੜੇ ਮੋਸਟ ਇੰਪੋਰਟੈਂਟ ਹੈ ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ, ਬਾਕੀਆਂ ਤੁਹਾਨੂੰ ਕਹਿ ਰਹੀ ਹਾਂ ਕਿ ਤੁਸੀਂ ਇੱਕ ਵਾਰ ਜਸਟ ਰੀਡ ਕਰ ਲੈਣਾ। ਠੀਕ ਹੈ, ਭਾਰਤ ਵਿੱਚ ਅਸਲੀ ਕਾਰਜਪਾਲਿਕਾ ਕੌਣ ਆ? ਮੰਤਰੀ ਮੰਡਲ, ਪ੍ਰਧਾਨ ਮੰਤਰੀ ਤਾਂ ਆਪਣੇ ਹੋ ਹੀ ਗਿਆ। ਠੀਕ ਹੈ, ਸਾਰੇ ਸ਼ਕਤੀ ਦੀ ਵਰਤੋਂ ਹੀ ਕਰਦੇ ਨੇ, ਇਹਨੂੰ ਵੀ ਤੁਹਾਡੇ ਆਰਾਮ ਨਾਲ ਯਾਦ ਹੋ ਜਾਊਗਾ, ਯਾਦ ਕਰ ਲੈਣਾ। ਤੇ ਇਹਦੀਆਂ ਵਿਸ਼ੇਸ਼ਤਾਵਾਂ, ਭਾਰਤੀ ਸੰਸਦੀ ਸ਼ਾਸਨ ਪ੍ਰਣਾਲੀ ਦੇ ਮੋਸਟ ਇੰਪੋਰਟੈਂਟ ਹੈਗਾ ਵਿਸ਼ੇਸ਼ਤਾਵਾਂ ਵਾਲਾ ਕੁਐਸਚਨ। ਤੇ ਭਾਰਤੀ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਵਿਧਾਨ ਪਾਲਿਕਾ ਵਿੱਚ ਨਿਕਟਵਰਤੀ ਸੰਬੰਧ ਹੈ। ਠੀਕ ਹੈ, ਤੇ ਰਾਸ਼ਟਰਪਤੀ ਨਾਮਾਤਰ ਕਾਰਜਪਾਲਿਕਾ, ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਦੇਸ਼ ਦਾ ਮੁਖੀ ਨਾਮਾਤਰ ਕਾਰਜਪਾਲਿਕਾ, ਮੰਤਰੀ ਮੰਡਲ ਅਸਲੀ ਕਾਰਜਪਾਲਿਕਾ, ਤੇ ਸੰਸਦੀ ਪ੍ਰਣਾਲੀ ਵਿੱਚ ਮੰਤਰੀ ਪਰਿਸ਼ਦ ਦੀ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ। ਠੀਕ ਹੈ, ਤੇ ਰਾਜਨੀਤਿਕ ਇਕਰੂਪਤਾ ਇਹਨੂੰ ਵੀ ਜਸਟ ਇੱਕ ਵਾਰ ਰੀਡ ਕਰ ਲੈਣਾ। ਠੀਕ ਹੈ, ਤੇ ਸਮੂਹਿਕ ਜ਼ਿੰਮੇਵਾਰੀ ਆਪਣੇ ਹੋਏਗਾ ਸੰਸਦੀ ਪਰਿਭਾਸ਼ਾ ਵੀ, ਤੇ ਇਹਨਾਂ ਨੂੰ ਵੀ ਜਸਟ ਇੱਕ ਵਾਰ ਰੀਡ ਕਰ ਲੈਣਾ। ਸਮੂਹਿਕ ਉੱਤਰਦਾਇਿਤਵ ਤੇ ਸਮੂਹਿਕ ਜ਼ਿੰਮੇਵਾਰੀ। ਤੇ ਭਾਰਤੀ ਲੋਕਤੰਤਰ ਦੇ 3 ਸਮੱਸਿਆਵਾਂ ਕਿਹੜੀਆਂ ਨੇ? ਚਾਰ ਸਮੱਸਿਆਵਾਂ, ਸੰਪਰਦਾਇਕਤਾ, ਜਾਤੀਵਾਦ। ਠੀਕ ਹੈ, ਇਹ ਤਾਂ ਈਜ਼ੀ ਯਾਦ ਹੋ ਜਾਣਗੇ। ਤੇ ਜਨਤਕ ਜੀਵਨ ਵਿੱਚ ਵੱਧਦੀ ਹਿੰਸਾ, ਵਸੋਂ ਦਾ ਵਿਸਫੋਟ, ਇਹ ਜਿਹੜੀ ਸਮੱਸਿਆਵਾਂ ਨੇ। ਸਮੱਸਿਆਵਾਂ ਨੂੰ ਹੱਲ ਕਰਨ ਲਈ ਸੰਪਰਦਾਇਕ ਦਲਾਂ 'ਤੇ ਪਾਬੰਦੀ ਹੋਣੀ ਚਾਹੀਦੀ ਹੈ। ਰਾਜਨੀਤਿਕ ਦਲਾਂ ਨੂੰ ਚੋਣ ਆਯੋਗ ਦੀ ਮਾਨਤਾ ਪ੍ਰਾਪਤ ਨਾ ਹੋਣ 'ਤੇ ਉਹਨਾਂ ਨੂੰ ਚੋਣ ਵਿੱਚ ਭਾਗ ਨਹੀਂ ਲੈਣ ਦੇਣਾ ਚਾਹੀਦਾ। ਠੀਕ ਹੈ, ਚੋਣ ਵਿਵਸਥਾ ਦੇ ਦੋਸ਼ਾਂ ਨੂੰ ਦੂਰ ਕਰਨਾ ਚਾਹੀਦਾ। ਰਾਜਨੀਤਿਕ ਦਲਾਂ ਦੀ ਗਿਣਤੀ ਘਟਾਉਣੀ ਚਾਹੀਦੀ ਹੈ। ਅਸਮਾਨਤਾਵਾਂ, ਆਰਥਿਕ ਅਸਮਾਨਤਾਵਾਂ ਦੇ ਖਾਤਮੇ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਨੇ। ਵੱਧ ਤੋਂ ਵੱਧ ਸਿੱਖਿਆ ਦਾ ਪ੍ਰਸਾਰ ਕਰਨਾ ਚਾਹੀਦਾ ਹੈ। ਅਤੇ ਦੇਸ਼ ਦੇ ਸੰਵਿਧਾਨ ਅਤੇ ਪ੍ਰਸ਼ਾਸਨ ਦੇ ਵਿਸ਼ੇ ਦੇ ਅਧਿਐਨ ਨੂੰ ਸਾਰੇ ਵਿਦਿਆਰਥੀਆਂ ਨੂੰ ਲਾਜ਼ਮੀ ਬਣਾਉਣਾ ਚਾਹੀਦਾ। ਸੰਪਰਦਾਇਕਤਾ ਲੋਕਤੰਤਰ ਲਈ ਕਿਵੇਂ ਗੰਭੀਰ ਸਮੱਸਿਆ ਬਣ ਰਹੀ ਹੈ, ਇਹਨੂੰ ਇੱਕ ਵਾਰ ਰੀਡ ਕਰ ਲੈਣਾ। ਅੱਗੇ ਹੈ ਸਥਾਨਕ ਸਰਕਾਰਾਂ ਦੇ ਵਿੱਚ ਪੰਚਾਇਤੀ ਰਾਜ, ਪੰਚਾਇਤਾਂ ਸੰਬੰਧੀ ਭਾਰਤੀ ਸੰਵਿਧਾਨ ਦੀ ਕੀ ਵਿਵਸਥਾ ਹੈ? ਤਾਂ ਭਾਰਤੀ ਸੰਵਿਧਾਨ ਦੇ ਚੌਥੇ ਭਾਗ ਦੇ ਵਿੱਚ, ਠੀਕ ਹੈ, ਪਹਿਲਾਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਅਧੀਨ ਸੀ। ਆਰਟੀਕਲ 40 ਦੇ ਅਧੀਨ ਕਿਹਾ ਗਿਆ ਸੀ ਕਿ ਪੰਚਾਇਤਾਂ ਦੀ ਸਵੈ ਸ਼ਾਸਨ ਦੇ ਪ੍ਰਭਾਵਸ਼ਾਲੀ ਰੂਪ ਦੇ ਵਿੱਚ ਸੰਗਠਿਤ ਯਤਨ ਕਰਨੇ ਚਾਹੀਦੇ ਨੇ। ਬਟ ਉਸ ਤੋਂ ਬਾਅਦ 73ਵੀਂ ਤੇ 74ਵੀਂ ਸੰਵਿਧਾਨਿਕ ਸੋਧ ਦੁਆਰਾ ਜਿਹੜੇ ਕਿ ਇਹਨਾਂ ਨੂੰ 73ਵੀਂ 11ਵੀਂ ਅਨੁਸੂਚੀ ਦੇ ਵਿੱਚ ਅਤੇ 74ਵੀਂ 12ਵੀਂ ਅਨੁਸੂਚੀ ਦੇ ਵਿੱਚ ਆਧਾਰ ਬਣਾ ਕੇ ਜਿਹੜੇ ਕਿ ਸ਼ਹਿਰੀ ਅਤੇ ਸਥਾਨਕ ਸਰਕਾਰਾਂ ਸ਼ੁਰੂ ਕੀਤੇ ਗਏ ਨੇ। ਹਾਂਜੀ, ਸਥਾਨਕ ਪੱਧਰ 'ਤੇ ਇਹਦੇ ਵਿੱਚੋਂ ਹਾਂਜੀ ਪੰਚਾਇਤੀ ਰਾਜ ਦੀ ਬਣਤਰ ਇੰਪੋਰਟੈਂਟ ਆ। ਪੇਂਡੂ ਖੇਤਰ ਵਿੱਚ ਸਥਾਪਿਤ ਸਥਾਨਕ ਸਵੈ ਸ਼ਾਸਨ ਪੰਚਾਇਤੀ ਰਾਜ ਦਾ ਨਾਂ ਦਿੱਤਾ ਗਿਆ। ਭਾਰਤ ਪਿੰਡਾਂ ਦਾ ਦੇਸ਼ ਹੈ। ਲਗਭਗ 80% ਜਿਹੜੀ ਕਿ ਵਸੋਂ ਪਿੰਡਾਂ ਦੇ ਵਿੱਚ ਰਹਿੰਦੀ ਹੈ। ਅਤੇ ਭਾਰਤੀ ਲੋਕਤੰਤਰ ਦੀ ਸਫਲਤਾ ਇਸ ਗੱਲ 'ਤੇ ਬਹੁਤ ਜ਼ਰੂਰੀ ਹੈ ਕਿ ਪੇਂਡੂ ਖੇਤਰ ਦੇ ਲੋਕਾਂ ਨੂੰ ਵੀ ਲੋਕਤੰਤਰ ਦੀ ਸਿਖਲਾਈ ਹੋਣੀ ਚਾਹੀਦੀ ਆ। ਅਤੇ ਪੰਚਾਇਤੀ ਰਾਜ ਇੱਕ ਅਜਿਹੀ ਪ੍ਰਣਾਲੀ ਹੈ ਜਿਹਦੇ ਰਾਹੀਂ ਲੋਕਾਂ ਨੂੰ ਜਿਹੜੀ ਕਿ ਇਹ ਸਿੱਖਿਆ ਦਿੱਤੀ ਜਾ ਸਕਦੀ ਹੈ। ਅਤੇ ਪੰਚਾਇਤੀ ਰਾਜ ਦਾ ਢਾਂਚਾ ਭਾਰਤ ਦੇ ਸਾਰੇ ਰਾਜਾਂ ਵਿੱਚ ਇੱਕੋ ਜਿਹਾ ਨਹੀਂ ਹੈਗਾ। ਪੰਚਾਇਤੀ ਰਾਜ ਦੇ ਢਾਂਚੇ ਸੰਬੰਧੀ ਵੱਖ-ਵੱਖ ਭਿੰਨਤਾਵਾਂ ਨੇ। ਅਤੇ 3 ਸੂਤਰੀ ਜਿਹੜੇ ਕਿ ਪੰਚਾਇਤੀ ਰਾਜ ਸਥਾਪਿਤ ਕੀਤਾ ਗਿਆ ਬਲਵੰਤ ਰਾਏ ਮਹਿਤਾ ਕਮੇਟੀ ਦੇ ਅਨੁਸਾਰ। ਅਤੇ ਗ੍ਰਾਮ ਪੰਚਾਇਤ ਸਭ ਤੋਂ ਹੇਠਲੇ ਪੱਧਰ 'ਤੇ ਆ, ਅਤੇ ਜ਼ਿਲ੍ਹਾ ਪ੍ਰੀਸ਼ਦ ਸਭ ਤੋਂ ਉੱਪਰਲੇ ਪੱਧਰ 'ਤੇ, ਅਤੇ ਵਿਚਕਾਰਲੇ ਪੱਧਰ 'ਤੇ ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ। ਠੀਕ ਹੈ, ਸਭ ਤੋਂ ਨੀਚੇ ਪੱਧਰ 'ਤੇ ਗ੍ਰਾਮ ਪੰਚਾਇਤ, ਸਭ ਤੋਂ ਉੱਪਰਲੇ ਪੱਧਰ 'ਤੇ ਜ਼ਿਲ੍ਹਾ ਪ੍ਰੀਸ਼ਦ, ਅਤੇ ਵਿਚਕਾਰਲੇ 'ਤੇ ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ। ਠੀਕ ਹੈ, ਅੱਗੇ 3 ਪੜਾਅ ਉਹੀ ਆ ਗਿਆ। ਠੀਕ ਹੈ, ਅਤੇ ਹਾਂਜੀ ਗ੍ਰਾਮ ਪੰਚਾਇਤ ਦੀ ਬਣਤਰ। ਹਾਂਜੀ, ਗ੍ਰਾਮ ਪੰਚਾਇਤ ਦੀ ਬਣਤਰ। ਹਾਂਜੀ, ਇੱਕ ਤੁਸੀਂ ਇਹ ਯਾਦ ਰੱਖਣਾ ਕਿ ਪੇਂਡੂ ਪੱਧਰ 'ਤੇ ਸਥਾਨਕ ਸਰਕਾਰਾਂ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਦੀ ਚੋਣਾਂ ਦਾ ਪ੍ਰਬੰਧ ਕੌਣ ਕਰਦਾ? ਤਾਂ ਰਾਜ ਚੋਣ ਆਯੋਗ ਕਰਵਾਉਂਦਾ। ਠੀਕ ਹੈ, ਰਾਜ ਚੋਣ ਆਯੋਗ, ਭਾਰਤੀ ਚੋਣ ਆਯੋਗ ਨਹੀਂ, ਰਾਜ ਚੋਣ ਆਯੋਗ ਕਰਵਾਉਂਦਾ। ਅਤੇ ਹਾਂਜੀ, ਪੰਚਾਇਤ ਦੀ ਸਥਾਪਨਾ ਆਮ ਕਰਕੇ ਪਿੰਡਾਂ ਵਿੱਚ ਹੁੰਦੀ ਹੈ। ਅਤੇ ਜਿਨ੍ਹਾਂ ਪਿੰਡਾਂ ਦੀ ਵਸੋਂ 200 ਹੈ ਜਾਂ 200 ਤੋਂ ਵੱਧ ਹੈ ਉੱਥੇ ਜਿਹੜੇ ਕਿ ਗ੍ਰਾਮ ਪੰਚਾਇਤ ਹੁੰਦੀ ਹੈ। ਅਤੇ 200 ਤੋਂ ਘੱਟ ਵਸੋਂ ਵਾਲੇ ਜਿਹੜੇ ਕਿ ਖੇਤਰ ਨੇ ਉਹਨਾਂ ਨੂੰ ਫਿਰ ਨਾਲ ਦੇ ਪਿੰਡਾਂ ਦੇ ਨਾਲ ਜੋੜ ਦਿੱਤਾ ਜਾਂਦਾ। ਅਤੇ ਇੱਕ ਪੰਚਾਇਤ ਦੇ ਖੇਤਰ ਵਿੱਚ ਵਸਣ ਵਾਲੇ ਸਮੁੱਚੇ ਮਤਦਾਤਾਵਾਂ ਨੂੰ ਗ੍ਰਾਮ ਸਭਾ ਦਾ ਨਾਂ ਦਿੱਤਾ ਜਾਂਦਾ। ਅਤੇ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਰਾਜ ਸਰਕਾਰ ਦੇ ਕਾਨੂੰਨਾਂ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ। ਹਰੇਕ ਪੰਚਾਇਤ ਦੇ ਵਿੱਚ ਇੱਕ ਸਰਪੰਚ ਅਤੇ ਕੁਝ ਪੰਚ ਹੁੰਦੇ ਨੇ, ਅਤੇ ਇਹਨਾਂ ਦੀ ਚੋਣ ਕਰਨ ਲਈ ਉਹ ਮਤਦਾਤਾ ਭਾਗ ਲੈਂਦੇ ਨੇ ਜਿਨ੍ਹਾਂ ਦੇ ਨਾਂ ਰਾਜ ਵਿਧਾਨ ਸਭਾ ਦੇ ਚੋਣ ਖੇਤਰਾਂ ਲਈ ਵੋਟਰ ਸੂਚੀ ਦੇ ਵਿੱਚ ਦਰਜ ਹੋਣ।
ਤੇ ਕਈ ਰਾਜਾਂ ਵਿੱਚ ਸਰਪੰਚ ਦੀ ਚੋਣ ਪ੍ਰਤੱਖ ਤੌਰ ਤੇ ਮਤਦਾਤਾਵਾਂ ਦੁਆਰਾ, ਠੀਕ ਹੈ, ਕਈ ਡਾਇਰੈਕਟ ਤੌਰ ਤੇ ਹੁੰਦੇ, ਮਤਲਬ ਕਿ ਪ੍ਰਤੱਖ ਵੋਟਿੰਗ ਹੁੰਦੀ ਹੈ। ਹਰੇਕ ਪੰਚਾਇਤ ਵਿੱਚ ਇਸਤਰੀ ਅਨੁਸੂਚਿਤ ਜਾਤੀਆਂ ਇਹਨਾਂ ਨੂੰ ਵੀ ਪ੍ਰਤੀਨਿਧਤਾ ਦੀ ਵਿਵਸਥਾ ਕੀਤੀ ਗਈ ਹੈ। ਤੇ ਗ੍ਰਾਮ ਪੰਚਾਇਤ ਦੇ ਸੋਮੇ ਕਿਹੜੇ ਕਿਹੜੇ ਨੇ? ਆਮਦਨ ਦੇ, ਟੈਕਸ, ਠੀਕ ਹੈ, ਫੀਸ ਤੇ ਜੁਰਮਾਨੇ, ਇਹ ਤਾਂ ਆਮ ਰੀਡ ਹੋ ਜਾਊਗਾ, ਤੇ ਸਰਕਾਰੀ ਗ੍ਰਾਂਟ, ਇੰਪੋਰਟੈਂਟ ਨੇ ਕੁਐਸਚਨ, ਤੇ ਪੰਚਾਇਤ ਸਮਿਤੀ ਦੇ ਆਮਦਨ ਦੇ ਸਾਧਨ ਸਾਰਿਆਂ ਦੇ ਸੇਮ ਹੀ ਹੋਣਗੇ ਬਸ, ਠੀਕ ਹੈ। ਤੇ ਜ਼ਿਲ੍ਹਾ ਪ੍ਰੀਸ਼ਦ, ਹਾਂਜੀ ਜ਼ਿਲ੍ਹਾ ਪ੍ਰੀਸ਼ਦ 1994 ਦੇ ਕਾਨੂੰਨ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਹੇਠ ਲਿਖੇ ਕਿਸਮਾਂ ਦੇ ਮੈਂਬਰ ਹੁੰਦੇ ਨੇ। ਤਾਂ ਜ਼ਿਲ੍ਹਾ ਪ੍ਰੀਸ਼ਦ ਦੇ ਖੇਤਰ ਨੂੰ ਉਹਨਾਂ ਚੋਣ ਖੇਤਰਾਂ ਵਿੱਚ ਵੰਡਿਆ ਜਾਂਦਾ ਜਿੰਨੇ ਮੈਂਬਰ ਪ੍ਰਤੱਖ ਤੌਰ ਤੇ ਲੋਕਾਂ ਦੁਆਰਾ ਚੁਣੇ ਜਾਂਦੇ ਨੇ। ਹਰੇਕ ਚੋਣ ਖੇਤਰ ਵਿੱਚੋਂ ਇੱਕ ਮੈਂਬਰ ਦੀ ਚੋਣ ਕੀਤੀ ਜਾਂਦੀ ਹੈ। ਤੇ ਜ਼ਿਲ੍ਹੇ ਦੀਆਂ ਸਾਰੀਆਂ ਪੰਚਾਇਤ ਸਮਿਤੀਆਂ ਦੇ ਅਧਿਕਸ਼, ਠੀਕ ਹੈ, ਇੱਕ ਜ਼ਿਲ੍ਹੇ ਦੇ ਸਾਰੇ ਪੰਚਾਇਤ ਸਮਿਤੀਆਂ ਦੇ ਅਧਿਕਸ਼ ਤੇ ਲੋਕ ਸਭਾ ਦੇ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਜਿਨ੍ਹਾਂ ਦੇ ਚੋਣ ਖੇਤਰਾਂ ਦਾ ਸਾਰਾ ਜਾਂ ਕਾਫੀ ਜ਼ਿਆਦਾ ਭਾਗ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ, ਤੇ ਜਿਸ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰ ਖੇਤਰ ਦੇ ਵਿੱਚ ਉਹਨਾਂ ਦੇ ਚੋਣ ਖੇਤਰਾਂ ਦਾ ਭਾਗ ਆਉਂਦਾ ਉਹ ਉਸਦੇ ਮੈਂਬਰ ਹੋਣਗੇ। ਤੇ ਰਾਜ ਸਭਾ ਦੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਅਜਿਹੇ ਮੈਂਬਰ ਜਿਨ੍ਹਾਂ ਦੇ ਨਾਮ ਜਿਹੜੇ ਕਿ ਜ਼ਿਲ੍ਹੇ ਦੇ ਮਤਦਾਤਾ ਸੂਚੀਆਂ ਵਿੱਚ ਦਰਜ ਹੋਣਗੇ, ਠੀਕ ਹੈ। ਜਿਸ ਜ਼ਿਲ੍ਹੇ ਵਿੱਚ ਰਾਜ ਸਭਾ ਦੇ ਮੈਂਬਰ ਦਾ ਚੋਣਕਾਰ ਦੇ ਤੌਰ ਤੇ ਨਾਮ ਦਰਜ ਹੁੰਦਾ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੁੰਦਾ। ਤੇ ਜੇ ਪੰਜਾਬ ਵਿੱਚ ਵਿਧਾਨ ਪ੍ਰੀਸ਼ਦ ਦੀ ਸਥਾਪਨਾ ਹੋ ਜਾਵੇਗੀ ਤਾਂ ਫਿਰ ਪੰਜਾਬ ਵਿਧਾਨ ਪ੍ਰੀਸ਼ਦ ਦੇ ਵੀ ਜਿਹੜੇ ਕਿ ਮੈਂਬਰ ਹੋਣਗੇ ਜਿਨ੍ਹਾਂ ਨਾਮ ਜਿਹੜੇ ਉਹਦੇ ਵਿੱਚ ਦਰਜ ਹੋਊਗਾ ਸੂਚੀ 'ਚ, ਹਾਂਜੀ। ਤੇ ਅੱਗੇ ਇਹਨਾਂ ਦੇ ਵਿੱਚੋਂ ਇਹਨਾਂ ਦੇ ਕਾਰਜ ਤਾਂ ਸਭ ਦੇ ਸੇਮ ਹੀ ਆ ਜਾਣਗੇ ਤੁਹਾਨੂੰ, ਠੀਕ ਹੈ। ਹਾਂਜੀ, ਨਵੀਂ ਪੰਚਾਇਤ ਸਮਿਤੀ ਦੀਆਂ ਵਿਸ਼ੇਸ਼ਤਾਵਾਂ ਕੀ ਨੇ? 3 ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਮੈਂਬਰਾਂ ਦੀ ਪ੍ਰਤੱਖ ਚੋਣ ਹੁੰਦੀ ਹੈ। ਸਥਾਨਾਂ ਦਾ ਰਾਖਵਾਂਕਰਨ ਹੁੰਦਾ, ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲਿਆਂ ਦੇ ਇਸਤਰੀਆਂ ਲਈ। ਤੇ ਪੰਚਾਇਤਾਂ ਦਾ ਕਾਰਜਕਾਲ 5 ਸਾਲ ਹੁੰਦਾ, ਠੀਕ ਹੈ। ਤੇ ਪੰਚਾਇਤੀ ਰਾਜ ਦੀਆਂ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਨੇ? ਤੇ ਤਾਂ ਆਮ ਜਿਹੇ ਨੇ, ਪੇਂਡੂ ਪਛੜਾਪਨ, ਜਾਤੀਵਾਦੀ ਭਾਵਨਾ, ਠੀਕ ਹੈ, ਸਵਾਧੀਨਤਾ ਦੀ ਘਾਟ, ਅਨਪੜ੍ਹਤਾ, ਬੇਰੁਜ਼ਗਾਰੀ, ਸੰਪਰਦਾਇਕਤਾ, ਅਗਿਆਨਤਾ, ਗੁੱਟਬੰਦੀ। ਤੇ ਪੰਚ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ? ਹਾਂਜੀ, ਇਹ ਵੀ ਪੰਚ ਦੀ ਚੋਣ, ਠੀਕ ਹੈ, ਤਾਂ ਪਤਾ ਹੀ ਹੁੰਦਾ ਤੁਹਾਨੂੰ। ਸਰਪੰਚ ਦੀ ਚੋਣ ਇੱਕ ਵਾਰ ਰੀਡ ਕਰ ਲਿਓ। ਤੇ ਸ਼ਹਿਰੀ ਸਥਾਨਕ ਸਰਕਾਰਾਂ ਦੇ ਵਿੱਚ ਜਿਹੜੇ ਕਿ ਸਭ ਤੋਂ ਉੱਪਰ ਨਗਰ ਨਿਗਮ, ਵਿਚਕਾਰਲੇ ਪੱਧਰ ਤੇ ਨਗਰ ਪ੍ਰੀਸ਼ਦ, ਸਭ ਤੋਂ ਹੇਠਲੇ ਪੱਧਰ ਤੇ ਨਗਰ ਪੰਚਾਇਤ ਹੈ, ਠੀਕ ਹੈ। ਤੇ ਇਹ 74ਵੀਂ ਸੰਵਿਧਾਨਿਕ ਸੋਧ ਹੈ। ਤੇ ਇਹਨੂੰ ਇੱਕ ਵਾਰ ਰੀਡ ਕਰ ਲਓ। ਵੈਸੇ ਤਾਂ ਮੈਂ ਤੁਹਾਨੂੰ ਹਰ ਇੱਕ ਮਾਡਲ ਟੈਸਟ ਪੇਪਰ 'ਚ ਯਾਦ ਕਰਵਾ ਦਿੱਤਾ ਸਾਰਾ ਕੁਛ ਵੀ ਕਿੰਨਾ ਆਰਟੀਕਲ ਇਹਨਾਂ ਦਾ, ਠੀਕ ਹੈ। ਸੰਵਿਧਾਨ ਦੇ ਭਾਗ 9 ਦੇ ਅਧੀਨ ਨੇ, ਠੀਕ ਹੈ। ਪਹਿਲੀ ਕਦੋਂ ਗਠਿਤ ਕੀਤੀ ਗਈ, ਕਿੱਥੇ ਕੀਤਾ ਗਿਆ, ਠੀਕ ਹੈ। ਸ਼ਹਿਰੀ ਸਥਾਨਕ ਵਾਲਾ ਵੀ ਐਵੇਂ, ਕਿੱਥੇ ਕਿਸੇ ਨਗਰ ਨਿਗਮ ਨੇ। ਤੇ ਸਟੂਡੈਂਟਸ ਭਾਰਤ ਦੇ ਵਿੱਚ ਜਿਹੜੇ ਕਿ ਸਥਾਨਕ ਸਰਕਾਰਾਂ ਦਾ ਪਿਤਾਮਾ ਮੰਨਿਆ ਜਾਂਦਾ ਲਾਰਡ ਰਿਪਨ ਨੂੰ, ਠੀਕ ਹੈ। ਤੇ ਗ੍ਰਾਮ ਪੰਚਾਇਤ ਦੇ ਕੰਮ ਕੀ ਨੇ? ਇੱਕ ਇਹ ਦੇਖ ਲਿਓ, ਠੀਕ ਹੈ। ਤੇ ਕੇ ਝਾਰਖੰਡ ਨਗਰ ਸੁਧਾਰ ਟਰੱਸਟ ਕੀ ਹੈ? ਠੀਕ ਹੈ, ਨਗਰ ਸੁਧਾਰ ਟਰੱਸਟ ਸ਼ਹਿਰੀ ਸਥਾਨਕ ਸਵੈ ਸ਼ਾਸਨ ਦੀ ਮਹੱਤਵਪੂਰਨ ਇਕਾਈ ਹੈ। ਕਈ ਵੱਡੇ ਸ਼ਹਿਰਾਂ ਵਿੱਚ ਇਸ ਦੀ ਸਥਾਪਨਾ ਕੀਤੀ ਜਾਂਦੀ ਹੈ। ਇਸ ਦਾ ਚੇਅਰਮੈਨ ਸਰਕਾਰ ਦੁਆਰਾ ਲਗਾਇਆ ਜਾਂਦਾ ਤੇ ਇੱਕ ਕਾਰਜਕਾਰੀ ਅਧਿਕਾਰੀ ਵੀ ਹੁੰਦਾ ਇਹਦਾ ਅਧਿਕਾਰੀ। ਤੇ ਨਗਰ ਸੁਧਾਰ ਟਰੱਸਟ ਦਾ ਮੁੱਖ ਕੰਮ ਸ਼ਹਿਰ ਦਾ ਵਿਕਾਸ ਕਰਨਾ, ਸ਼ਹਿਰ ਨੂੰ ਹਰ ਪੱਖ ਤੋਂ ਸੋਹਣਾ ਬਣਾਉਣਾ ਹੁੰਦਾ ਹੈ। ਤੇ ਛਾਉਣੀ ਬੋਰਡ, ਕੁਝ ਵੱਡੇ ਸ਼ਹਿਰਾਂ ਦੇ ਵਿੱਚ ਛਾਉਣੀ ਬੋਰਡ ਦੀ ਸਥਾਪਨਾ ਕੀਤੀ ਜਾਂਦੀ ਹੈ। ਤੇ ਇਹ ਬੋਰਡ ਕੇਂਦਰ ਸਰਕਾਰ ਦੀ ਰੱਖਿਆ ਦੇ ਅਧੀਨ ਕੰਮ ਕਰਦਾ। ਤੇ ਇਹਨਾਂ ਛਾਉਣੀ ਬੋਰਡਾਂ ਦੇ ਵਿੱਚ ਗੈਰ ਸੈਨਿਕ ਲੋਕ ਵੀ ਰਹਿੰਦੇ ਨੇ। ਤੇ ਇਹਨਾਂ ਦੇ ਸਥਾਨਕ ਕੰਮਾਂ ਨੂੰ ਕਰਨ ਲਈ ਇਸ ਬੋਰਡ ਦੀ ਸਥਾਪਨਾ ਕੀਤੀ ਗਈ ਹੈ। ਇਸ ਦਾ ਪ੍ਰਬੰਧ ਇੱਕ ਸੈਨਿਕ ਅਧਿਕਾਰੀ ਵੱਲੋਂ ਕੀਤਾ ਜਾਂਦਾ। ਤੇ ਇਹਨਾਂ ਦਾ ਮੁੱਖ ਕੰਮ ਪਾਣੀ, ਬਿਜਲੀ, ਸਿਹਤ, ਸਫਾਈ ਤੇ ਵਿੱਦਿਆ ਸਹੂਲਤਾਂ ਪ੍ਰਦਾਨ ਕਰਨਾ। ਤੇ ਪੋਰਟ ਟਰੱਸਟ ਵੱਡੇ ਸ਼ਹਿਰਾਂ ਜਿਨ੍ਹਾਂ ਨਾਲ ਸਮੁੰਦਰ ਲੱਗਦਾ ਉੱਥੇ ਪੋਰਟ ਟਰੱਸਟ ਹੁੰਦੇ ਨੇ, ਠੀਕ ਹੈ। ਤੇ ਉੱਥੇ ਹੀ ਬੰਦਰਗਾਹ ਹੁੰਦੀਆਂ ਨੇ ਜਿੱਥੇ ਸਮੁੰਦਰੀ ਜਹਾਜ਼ ਰੁਕਦੇ ਨੇ। ਤੇ ਬੰਦਰਗਾਹ ਦੀ ਸਮੱਸਿਆ ਨੂੰ ਹੱਲ ਕਰਨ ਲਈ ਬੰਦਰਗਾਹ ਟਰੱਸਟ ਬਣਾਇਆ ਜਾਂਦਾ ਜਿਵੇਂ ਕੋਲਕਾਤਾ, ਮੁੰਬਈ, ਚੇਨਈ ਦੇ ਵਿੱਚ, ਠੀਕ ਹੈ। ਤੇ ਨਗਰ ਨਿਗਮ ਕਿਹਨੂੰ ਕਹਿੰਦੇ ਨੇ? ਵੱਡੇ ਵੱਡੇ ਸ਼ਹਿਰਾਂ ਵਿੱਚ ਨਗਰ ਨਿਗਮ ਦੀ ਸਥਾਪਨਾ ਕੀਤੀ ਜਾਂਦੀ ਹੈ, ਠੀਕ ਹੈ। ਬਾਲਗ ਮਤ ਅਧਿਕਾਰ ਤੇ ਚੋਣ ਹੁੰਦੀ ਹੈ। ਤੇ ਨਗਰ ਨਿਗਮ ਦੇ ਕੰਮ, ਠੀਕ ਹੈ, ਇਹ ਤਾਂ ਈਜ਼ੀ ਹੈ, ਤੁਸੀਂ ਆਪ ਰੀਡ ਕਰ ਲਓਗੇ ਕੰਮ, ਠੀਕ ਹੈ। ਤੇ ਪੰਚਾਇਤਾਂ ਦੇ ਕੰਮ ਵੀ ਹੋ ਗਏ ਆਪਣੇ। ਹਾਂਜੀ, ਮੇਅਰ ਹੁੰਦਾ ਨਗਰ ਨਿਗਮ ਦੇ ਵਿੱਚ, ਠੀਕ ਹੈ। ਨਗਰ ਨਿਗਮ ਦਾ ਪ੍ਰਧਾਨ ਹੁੰਦਾ ਮੇਅਰ। ਵੋਟਿੰਗ ਹੁੰਦੀ ਹੈ, ਠੀਕ ਹੈ, ਜਿਵੇਂ ਸਰਪੰਚ ਦੀ ਚੋਣ ਹੁੰਦੀ ਹੈ ਐਵੇਂ। ਤੇ ਗ੍ਰਾਮ ਪੰਚਾਇਤ ਦੇ ਕੰਮ ਆਪਣੇ ਹੋ ਗਏ, ਵੀ ਹੋ ਗਿਆ। ਤੇ ਛਾਉਣੀ ਬੋਰਡ ਤੁਸੀਂ ਇੱਥੋਂ ਵੀ ਯਾਦ ਕਰ ਸਕਦੇ ਹੋ, ਛਾਉਣੀ ਬੋਰਡ। ਨਗਰ ਪਾਲਿਕਾ ਦੀ ਬਣਤਰ ਇਹ ਵੀ ਰੀਡ ਕਰ ਲੈਣਾ ਇੱਕ ਵਾਰ, ਤਾਂ ਸਿੰਪਲ ਨੇ, ਤੁਸੀਂ ਇੱਕ ਵਾਰ ਰੀਡ ਕਰ ਲਓਗੇ ਤਾਂ ਹੋ ਜਾਣਗੇ, ਠੀਕ ਹੈ। ਇੰਪੋਰਟੈਂਟ ਨੇ ਇਹ ਦੋਨੋਂ ਚੈਪਟਰ, ਸ਼ਹਿਰੀ ਤੇ ਸਥਾਨਕ ਸਰਕਾਰਾਂ, ਪੇਂਡੂ। ਅੱਗੇ ਭਾਰਤ ਦੇ ਖੇਤਰੀ ਦਲ ਕਿਹੜੇ ਨੇ? ਅਗਲਾ ਚੈਪਟਰ ਹੈ, ਠੀਕ ਹੈ। ਖੇਤਰੀ ਦਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਹੈ।
ਤੇ ਭਾਰਤ ਦੇ ਵਿੱਚ ਕਿਸ ਕਿਸਮ ਦੀ ਜਿਹੜੀ ਕਿ ਦਲ ਪ੍ਰਣਾਲੀ ਹੈ, ਤਾਂ ਭਾਰਤ ਦੇ ਵਿੱਚ ਹੈਗੀ ਹੈ ਬਹੁ ਦਲ ਪ੍ਰਣਾਲੀ। ਠੀਕ ਹੈ, ਤੇ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਭਾਰਤ ਵਿੱਚ ਬਹੁ ਦਲ ਪ੍ਰਣਾਲੀ ਹੈ, 8 ਰਾਸ਼ਟਰੀ ਦਲ ਨੇ। ਠੀਕ ਹੈ, ਰਾਸ਼ਟਰੀ ਰਾਜਨੀਤਿਕ ਦਲ ਨੇ। ਤੇ ਚੋਣਾਂ ਦਾ ਜੋ ਰਾਜਨੀਤਿਕ ਦਲਾਂ ਦਾ ਚੋਣ ਆਯੋਗ ਦੁਆਰਾ ਪੰਜੀਕਰਨ ਹੋਣਾ ਜ਼ਰੂਰੀ ਹੈ। ਤੇ ਰਾਸ਼ਟਰੀ ਰਾਜਨੀਤਿਕ ਦਲਾਂ ਦੇ ਮੁਕਾਬਲੇ ਖੇਤਰੀ ਜਾਂ ਪ੍ਰਾਂਤਕ ਰਾਜਨੀਤਿਕ ਦਲਾਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ। ਤੇ ਇਹਨਾਂ ਵਿੱਚ ਅੰਦਰੂਨੀ ਗੁੱਟਬੰਦੀ ਭਾਰਤੀ ਦਲ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ। ਤੇ ਇਹਨੂੰ ਵੀ ਇੱਕ ਵਾਰ ਰੀਡ ਕਰ ਲੈਣਾ, ਕਿਹੜੇ ਦਲ ਨੂੰ ਰਾਜਨੀਤਿਕ ਦਲ ਦੇ ਵਿੱਚ ਰਾਜ ਦਲ ਦੇ ਰੂਪ 'ਚ ਮਾਨਤਾ ਦਿੱਤੀ ਜਾਂਦੀ ਹੈ। ਭਾਰਤੀ ਦਲ ਪ੍ਰਣਾਲੀ ਦੀਆਂ ਊਣਤਾਈਆਂ, ਕਮੀਆਂ। ਠੀਕ ਹੈ, ਇਹ ਵੀ ਇੰਪੋਰਟੈਂਟ ਆ। ਰਾਜਨੀਤਿਕ ਦਲਾਂ ਦੀ ਗਿਣਤੀ ਬਹੁਤ ਜ਼ਿਆਦਾ, ਸਿਧਾਂਤਕ ਆਧਾਰਾਂ ਦੀ ਘਾਟ ਆ, ਅੰਦਰੂਨੀ ਲੋਕਤੰਤਰ ਦੀ ਘਾਟ ਹੈ। ਤੇ ਕਾਰਜਕਾਰੀ ਨੀਤੀਆਂ ਹਰ ਇੱਕ ਪਾਰਟੀ ਦੇ ਇੱਕ ਵਾਰ ਤੁਸੀਂ ਰੀਡ ਕਰ ਲਿਓ। ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ, ਠੀਕ ਆ, ਬਹੁਜਨ ਸਮਾਜ ਪਾਰਟੀ, ਆਪ ਪਾਰਟੀ, ਕਮਿਊਨਿਸਟ ਪਾਰਟੀ, ਇਹਨਾਂ ਸਾਰੇ ਦੀ ਇੱਕ ਵਾਰ ਤੁਸੀਂ ਰੀਡ ਕਰ ਲਿਓ। ਇਹ ਜਸਟ ਇੱਕ ਵਾਰ ਰੀਡਿੰਗ ਕਰਨ 'ਤੇ ਪਤਾ ਲੱਗ ਜਾਣਾ। ਠੀਕ ਹੈ, ਤੇ ਭਾਰਤੀ ਦਲ ਪ੍ਰਣਾਲੀ ਨੂੰ ਪੇਸ਼ ਆਉਣ ਵਾਲੇ ਜਿਹੜੇ ਸਮੱਸਿਆਵਾਂ ਕਿਹੜੇ ਨੇ ਸਮੱਸਿਆਵਾਂ ਆ ਰਹੀਆਂ ਨੇ। ਰਾਜਨੀਤਿਕ ਦਲਾਂ ਦੀ ਗਿਣਤੀ ਜ਼ਿਆਦਾ, ਮੁਕਾਬਲੇ ਦਲਾਂ ਦੀ ਬਹੁਤ ਜ਼ਿਆਦਾ ਗਿਣਤੀ ਹੈ, ਜਾਤ ਦੇ ਆਧਾਰ 'ਤੇ ਨੇ ਦਲ, ਧਰਮ ਦੇ ਆਧਾਰ 'ਤੇ ਨੇ, ਅੰਦਰੂਨੀ ਗੁੱਟਬੰਦੀ ਦੀ ਘਾਟ ਹੈ, ਅਗਿਆਨਤਾ, ਅਨਪੜ੍ਹਤਾ, ਪਿਛੜਾਪਨ। ਠੀਕ ਹੈ, ਤੇ ਅੱਗੇ ਬਹੁਜਨ ਸਮਾਜ ਪਾਰਟੀ, ਇਹਨਾਂ ਦੇ ਸਿਧਾਂਤ। ਇਹਦੇ ਮੈਂ ਤੁਹਾਨੂੰ ਹਰ ਪਾਰਟੀ ਦੀ ਕਿਹਾ ਵੀ ਤੁਸੀਂ ਪੜ੍ਹ ਲਿਓ, ਹਰ ਪਾਰਟੀ ਦੇ ਇੱਕ ਵਾਰ ਰੀਡ ਕਰ ਲਿਓ, ਕਿਉਂਕਿ ਇਹ ਲੌਂਗ ਕੁਐਸਚਨ ਵਾਲੀ ਅਤੇ ਸ਼ਾਰਟ ਲਈ ਦੋਨਾਂ ਲਈ ਇੰਪੋਰਟੈਂਟ ਨੇ ਪਾਰਟੀਆਂ ਦੇ ਵਿੱਚੋਂ ਇਹਨਾਂ ਦੇ ਕਾਰਜਕ੍ਰਮ ਅਤੇ ਨੀਤੀਆਂ। ਅੱਗੇ ਭਾਰਤੀ ਚੋਣ ਆਯੋਗ। ਹਾਂਜੀ, ਇਹਦੇ ਕੰਮ ਕੀ ਨੇ? ਚੋਣਾਂ ਦਾ ਨਿਰੀਖਣ ਕਰਨਾ, ਨਿਰਦੇਸ਼ਨ ਕਰਨਾ, ਮਤਦਾਤਾ ਸੂਚੀਆਂ ਨੂੰ ਤਿਆਰ ਕਰਨਾ, ਸੰਸਦ ਦੀਆਂ ਚੋਣਾਂ ਕਰਵਾਉਣਾ। ਠੀਕ ਹੈ, ਜਿਹਦੇ ਵਿੱਚ ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਇਹ ਸਾਰੀਆਂ ਚੋਣਾਂ ਕਰਵਾਉਂਦਾ ਭਾਰਤੀ ਚੋਣ ਆਯੋਗ। ਠੀਕ ਹੈ, ਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਂਦਾ। ਕਿਹੜੀਆਂ ਚੋਣਾਂ ਨਹੀਂ ਕਰਵਾਉਂਦਾ? ਉਹ ਕਰਵਾਉਂਦਾ ਨਹੀਂ ਇਹ, ਕਿਉਂਕਿ ਪਿੰਡ ਪੱਧਰ ਦੀਆਂ ਅਤੇ ਸਥਾਨਕ ਪੱਧਰ ਸ਼ਹਿਰੀ ਸਥਾਨਕ ਸਰਕਾਰਾਂ, ਕਿਉਂਕਿ ਪੇਂਡੂ ਪੱਧਰ ਦੀ ਸਥਾਨਕ ਸਰਕਾਰ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਰਾਜ ਚੋਣ ਆਯੋਗ ਕਰਵਾਉਂਦਾ, ਭਾਰਤੀ ਚੋਣ ਆਯੋਗ ਨਹੀਂ। ਤੇ ਚੋਣ ਆਯੋਗ ਨਾਲ ਸੰਬੰਧਿਤ ਜਿਹੜੇ ਕਿ ਸ਼ਾਰਟ ਕੁਐਸਚਨ, ਇਹਨੂੰ ਵੀ ਇੱਕ ਵਾਰ ਰੀਡ ਕਰ ਲਿਓ। ਬਾਕੀ ਮੈਂ ਤੁਹਾਨੂੰ ਐਵੇਂ ਵੈਰੀ ਸ਼ਾਰਟ ਕੁਐਸਚਨ 'ਚ ਯਾਦ ਕਰਵਾ ਰੱਖੇ ਨੇ। ਫਸਟ ਇਲੈਕਸ਼ਨ ਕਮਿਸ਼ਨ ਅਸ਼ੋਕ ਕੁਮਾਰ ਸੇਨ, ਅਤੇ ਹੁਣ ਹੈਗਾ ਰਾਜੀਵ ਕੁਮਾਰ। ਠੀਕ ਹੈ, ਕਰੰਟ ਸਮੇਂ ਇਲੈਕਸ਼ਨ ਕਮਿਸ਼ਨ ਹੈਗਾ ਮੁੱਖ ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ। 15 ਮਈ 2022 ਤੋਂ ਲੈ ਕੇ 25 ਤੱਕ ਰਹਿਣਾ। ਪਹਿਲੀਆਂ ਚੋਣਾਂ ਕਦੋਂ ਹੋਈਆਂ ਸੀ? 1952, 51 ਵੀ ਕਿਤੇ ਤੱਕ 'ਤੇ ਮਿਲਦਾ। ਪੰਚਾਇਤ ਦਿਵਸ, ਵੋਟਰ ਦਿਵਸ ਕਦੋਂ ਹੈ? ਠੀਕ ਹੈ, ਤੇ ਮਨੁੱਖੀ ਅਧਿਕਾਰ ਦਿਵਸ 10 ਦਸੰਬਰ ਨੂੰ ਹੁੰਦਾ। ਰਾਜਨੀਤਿਕ ਦਲਾਂ ਦੀ ਰਜਿਸਟ੍ਰੇਸ਼ਨ ਕਰਨਾ। ਠੀਕ ਹੈ, ਇਹ ਵੀ ਚੋਣ ਆਯੋਗ ਦਾ ਕੰਮ ਹੈ। ਤੇ ਭਾਰਤੀ ਚੋਣ ਵਿਧੀ ਦੇ 4 ਪੜਾਅ ਨੇ, ਇਹ ਵੀ ਮੋਸਟ ਇੰਪੋਰਟੈਂਟ ਆ। ਮਤਦਾਤਾ ਦੀ ਸੂਚੀ ਤਿਆਰ ਹੁੰਦੀ ਹੈ ਪਹਿਲਾਂ ਤਾਂ। ਠੀਕ ਹੈ, ਫਿਰ ਚੋਣ ਘੋਸ਼ਣਾ ਜਾਰੀ ਕੀਤੀ ਜਾਂਦੀ ਵੀ ਕਦੋਂ ਚੋਣ ਹੋਣੀ ਹੈ। ਫਿਰ ਜਿਸ ਦਿਨ ਵੋਟਿੰਗ ਹੁੰਦੀ ਹੈ ਉਹਨਾਂ ਦੇ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ। ਵੋਟਾਂ ਤੋਂ ਬਾਅਦ ਫਿਰ ਨਤੀਜੇ ਅਨਾਊਂਸ ਹੁੰਦੇ ਨੇ। ਫਿਰ ਚੋਣ ਉਜਰਦਾਰੇ ਦਾ ਨਤੀਜਾ, ਭਾਵ ਕਿ ਜੇ ਇਹਨਾਂ ਨੂੰ ਜਿੱਤਣ ਵਾਲੇ ਉਮੀਦਵਾਰਾਂ ਦੇ ਵਿਰੁੱਧ ਕੋਈ ਇਤਰਾਜ਼ ਹੁੰਦਾ ਤਾਂ ਉੱਚ ਅਦਾਲਤ ਵਿੱਚ ਆਪਣੇ ਉਜਰਦਾਰੇ ਦਾਖਲ ਕਰਵਾ ਸਕਦਾ ਹੁੰਦਾ। ਠੀਕ ਹੈ, ਤੇ ਅੱਗੇ ਹੈ ਮਤਦਾਨ ਵਿਵਹਾਰ। ਤਾਂ ਇਹਨੂੰ ਤਾਂ ਇੱਕ ਵਾਰ ਰੀਡ ਕਰ ਲੈਣਾ, ਭਾਵ ਕਿ ਮਤਦਾਤਾ ਆਪਣੇ ਮਤ ਦੀ ਵਰਤੋਂ ਕਿਉਂ ਕਰਦੇ ਨੇ, ਅਤੇ ਕਿਸੇ ਵਿਸ਼ੇਸ਼ ਉਮੀਦਵਾਰ ਨੂੰ ਆਪਣਾ ਵੋਟ ਕਿਉਂ ਦਿੰਦੇ ਨੇ। ਮਤਦਾਨ ਵਿਵਹਾਰ ਦਾ ਸਧਾਰਨ ਅਰਥ ਇਹ ਹੁੰਦਾ, ਇਹ ਜਾਣਨਾ। ਠੀਕ ਹੈ, ਇੱਕ ਵਾਰ ਰੀਡ ਕਰੋਗੇ ਤਾਂ ਹੋ ਜਾਊਗਾ ਯਾਦ ਇਹ। ਅਤੇ ਇਹ ਮੋਸਟ ਇੰਪੋਰਟੈਂਟ ਆ। ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਨੇ, ਜਾਂ ਜਨ ਸਹਿਭਾਗਿਤਾ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਨੇ। ਠੀਕ ਹੈ, ਲੋਕ ਮਤ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਇਹ ਵੀ ਇੱਕੋ ਸੇਮ ਪੁਆਇੰਟ ਰਹਿਣਗੇ। ਧਰਮ, ਜਾਤੀ, ਰਾਜਨੀਤਿਕ ਦਲ, ਖੇਤਰਵਾਦ, ਭਾਸ਼ਾਵਾਦ। ਠੀਕ ਹੈ, ਗਰੀਬੀ, ਅਨਪੜ੍ਹਤਾ, ਇਹ ਵੀ ਆ ਜਾਣਗੇ ਵਿੱਚ। ਅਤੇ ਚੋਣ ਆਯੋਗ ਦੀ ਬਣਤਰ। ਠੀਕ ਹੈ, ਅਤੇ ਭਾਰਤੀ ਚੋਣ ਪ੍ਰਕਿਰਿਆ ਦੇ 6 ਪੜਾਅ ਹੋਏਗੇ ਆਪਣੇ। ਭਾਰਤੀ ਚੋਣ ਆਯੋਗ ਦੀ ਨਿਯੁਕਤੀ ਜਿਹੜੇ ਕਿ ਰਾਸ਼ਟਰਪਤੀ ਕਰਦਾ, ਅਤੇ ਉਹਦਾ ਕਾਰਜਕਾਲ ਜਾਂ ਤਾਂ 6 ਸਾਲ ਜਾਂ 65 ਸਾਲ। ਵੀ ਜੇ ਤਾਂ 65 ਸਾਲ ਹੋ ਗਏ, ਫਿਰ 65 ਸਾਲ ਤੱਕ ਜਿਹੜੇ ਕਿ ਅਗਰ ਮਤਲਬ ਕਿ 6 ਸਾਲ ਨਹੀਂ ਹੋਏ ਬਟ ਏਜ 65 ਸਾਲ ਹੋ ਗਈ ਤਾਂ ਅਹੁਦੇ ਤੋਂ ਹਟਾ ਦਿੱਤਾ ਜਾਂਦਾ। ਅਤੇ ਜੇ ਜਿਹੜੇ ਕਿ ਏਜ ਹਜੇ ਘੱਟ ਹੈ, ਫਿਰ 6 ਸਾਲ ਕੰਪਲੀਟ ਕਰਨੇ ਹੁੰਦੇ ਨੇ। ਅਤੇ ਇਸ ਤੋਂ ਇਲਾਵਾ ਵੀ ਜੇ ਪਦਵੀ ਤੋਂ ਹਟਾਉਣਾ ਹੋਵੇ ਤਾਂ ਕਿਵੇਂ ਕੀ ਹੈ ਪ੍ਰੋਸੈਸ, ਇਹਨੂੰ ਇੱਕ ਵਾਰ ਰੀਡ ਕਰ ਲਿਓ। ਠੀਕ ਹੈ, ਅਤੇ ਭਾਰਤੀ ਚੋਣ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਪ੍ਰਤੱਖ ਚੋਣ ਹੈ, ਇੱਕ ਮੈਂਬਰੀ ਚੋਣ ਖੇਤਰ, ਬਾਲਗ ਮਤ ਅਧਿਕਾਰ, ਸੰਯੁਕਤ ਚੋਣ ਪ੍ਰਣਾਲੀ, ਗੁਪਤ ਮਤਦਾਨ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀ ਲਈ ਸਥਾਨ ਰਾਖਵੇਂ ਨੇ। ਰਾਸ਼ਟਰੀ ਏਕੀਕਰਨ ਪਰਿਸ਼ਦ। ਠੀਕ ਹੈ, ਇਹਨੂੰ ਇੱਕ ਵਾਰ ਰੀਡ ਕਰ ਲੈਣਾ।
ਤੇ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਏਕੀਕਰਨ ਲਈ ਕੀ ਕਦਮ ਚੁੱਕੇ ਜਾ ਰਹੇ ਨੇ। ਠੀਕ ਹੈ, ਇਹਨੂੰ ਵੀ ਜਸਟ ਇੱਕ ਵਾਰ ਰੀਡ ਕਰ ਲੈਣਾ। ਬਾਕੀ ਏਕੀਕਰਨ ਦੇ ਪੜਾਅ ਵਿਕਾਸ ਬਾਰੇ ਕਿਹੜੇ 4 ਸੁਝਾਅ, ਏਕੀਕਰਨ ਦੀ ਭਾਰਤੀ ਰਾਸ਼ਟਰੀ ਏਕੀਕਰਨ ਦੀ ਸਮੱਸਿਆ ਨੂੰ ਜਿਹੜੇ ਸਮੱਸਿਆ ਬਾਰੇ ਉਹਨਾਂ ਨੂੰ ਸੁਲਝਾਉਣ ਲਈ ਕਿਹੜੇ ਸੁਝਾਅ ਦਿੱਤੇ ਜਾ ਸਕਦੇ ਨੇ। ਇਹ ਸੁਝਾਅ ਇੰਪੋਰਟੈਂਟ ਆ। ਗਰੀਬੀ ਤੇ ਬੇਰੁਜ਼ਗਾਰੀ ਨੂੰ ਦੂਰ ਕਰਨਾ, ਸੰਤੁਲਿਤ ਖੇਤਰੀ ਵਿਕਾਸ, ਫਿਰਕੂ ਰਾਜਨੀਤਿਕ ਦਲਾਂ ਤੇ ਪਾਬੰਦੀ, ਵਧਦੇ ਸੰਪਰਦਾਇਕ ਜਾਤੀਵਾਦ ਨੂੰ ਰੋਕਣਾ, ਰਾਸ਼ਟਰੀ ਰਾਜਨੀਤਿਕ ਦਲਾਂ ਦੇ ਨਿਰਮਾਣ ਨੂੰ ਉਤਸ਼ਾਹ ਦੇਣਾ, ਭਾਸ਼ਾਈ ਸਮੱਸਿਆਵਾਂ ਦਾ ਹੱਲ ਕਰਨਾ ਤੇ ਇਨਸਾਨੀ ਬਰਾਦਰੀ ਇੱਕ ਵਾਰ ਰੀਡ ਕਰ ਲੈਣਾ। ਇਹ ਵੀ ਮੋਸਟ ਇੰਪੋਰਟੈਂਟ ਆ। ਠੀਕ ਹੈ, ਇੱਕ ਤਾਂ ਰਾਸ਼ਟਰੀ ਏਕੀਕਰਨ ਲਈ ਕਿਹੜੇ ਸੁਝਾਅ, ਠੀਕ ਹੈ, ਉਹਨੂੰ ਮਜ਼ਬੂਤ ਕਰਨ ਲਈ ਕਿਹੜੇ ਸੁਝਾਅ ਨੇ, ਐਵੇਂ ਲੋਕਮਤ ਨੂੰ ਮਜ਼ਬੂਤ ਕਰਨ ਲਈ ਕਿਹੜੇ ਸੁਝਾਅ ਨੇ। ਠੀਕ ਹੈ, ਤੇ ਇਹਨਾਂ ਦੀਆਂ ਸਮੱਸਿਆਵਾਂ ਇਹ ਮੋਸਟ ਇੰਪੋਰਟੈਂਟ ਨੇ। ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਕਿਹੜੇ ਸਮੱਸਿਆਵਾਂ ਨੇ, ਸੰਪਰਦਾਇਕਤਾ, ਜਾਤੀਵਾਦ, ਖੇਤਰਵਾਦ, ਭਾਸ਼ਾਵਾਦ। ਠੀਕ ਹੈ, ਅਨਪੜ੍ਹਤਾ, ਗਰੀਬੀ, ਬੇਰੁਜ਼ਗਾਰੀ, ਇਹ ਸਾਰੇ ਆ ਜਾਣਗੇ। ਤਾਂ ਸਿੰਪਲ ਜਿਹੇ ਪੁਆਇੰਟ ਹੁੰਦੇ ਨੇ। ਤੇ ਰਾਸ਼ਟਰੀ ਏਕੀਕਰਨ ਤੋਂ ਭਾਵ ਕੀ ਹੈ। ਰਾਸ਼ਟਰੀ ਏਕੀਕਰਨ ਉਹਨਾਂ ਦੇਸ਼ਾਂ ਵਿੱਚ ਰਾਸ਼ਟਰੀ ਏਕੀਕਰਨ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦੇਸ਼ਾਂ ਦੀ ਵਸੋਂ ਵਿੱਚ ਧਾਰਮਿਕ, ਭਾਸ਼ਾਈ, ਜਾਤੀ, ਖੇਤਰੀ ਭਿੰਨਤਾਵਾਂ ਪਾਈਆਂ ਜਾਂਦੀਆਂ ਨੇ। ਇੱਕ ਹੀ ਦੇਸ਼ ਵਿੱਚ ਵਸਣ ਵਾਲੇ ਭਿੰਨ ਸੱਭਿਆਚਾਰ ਵਾਲੇ ਲੋਕਾਂ ਵਿੱਚ ਇੱਕ ਹੀ ਰਾਸ਼ਟਰ ਨਾਲ ਸੰਬੰਧਿਤ ਹੋਣ ਦੀ ਭਾਵਨਾ ਪੈਦਾ ਕਰਨੀ, ਇਹੀ ਹੁੰਦੀ ਹੈ ਰਾਸ਼ਟਰੀ ਏਕੀਕਰਨ। ਠੀਕ ਹੈ, ਆਪਾਂ ਕਹਿ ਸਕਦੇ ਹਾਂ ਅਨੇਕਤਾ ਵਿੱਚ ਏਕਤਾ ਪੈਦਾ ਕਰਨਾ। ਅੱਗੇ ਭਾਰਤ ਦੀ ਵਿਦੇਸ਼ ਨੀਤੀ। ਵਿਦੇਸ਼ ਨੀਤੀ ਕੀ ਹੈ। ਵਿਦੇਸ਼ ਨੀਤੀ ਦਾ ਆਰਟੀਕਲ ਹੈਗਾ 51। ਠੀਕ ਹੈ, ਵਿਦੇਸ਼ਾਂ ਨਾਲ ਸੰਬੰਧ ਸਥਾਪਿਤ ਕਰਨਾ ਵਿਦੇਸ਼ ਨੀਤੀ ਹੈ। ਤੇ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ, ਗੁੱਟ ਨਿਰਲੇਪਤਾ, ਸਾਮਰਾਜਵਾਦ, ਬਸਤੀਵਾਦ ਦੀ ਵਿਰੋਧਤਾ, ਨਸਲਵਾਦ ਦੀ ਵਿਰੋਧਤਾ। ਠੀਕ ਹੈ, ਤੇ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਦੀ ਏਕਤਾ, ਆਪਸੀ ਸਹਿਯੋਗ, ਸੰਯੁਕਤ ਰਾਸ਼ਟਰ ਦਾ ਸਮਰਥਨ, ਵਿਸ਼ਵ ਸ਼ਾਂਤੀ, ਨਿਸ਼ਸਤਰੀਕਰਨ, ਰਾਸ਼ਟਰਮੰਡਲ, ਖੇਤਰੀ ਸਹਿਯੋਗ, ਇਹ ਆ ਜਾਣਗੇ ਸਾਰੇ। ਭਾਰਤੀ ਵਿਦੇਸ਼ ਨੀਤੀ ਨੂੰ ਨੀਤੀ ਦੇ ਭੂਗੋਲਿਕ ਨਿਰਧਾਰਿਤ ਇੱਕ ਵਾਰ ਰੀਡ ਕਰ ਲੈਣਾ ਇਹਨੂੰ। ਸੰਵਿਧਾਨਿਕ ਆਧਾਰ ਨੂੰ ਵੀ ਇੱਕ ਵਾਰ ਰੀਡ ਕਰ ਲੈਣਾ। ਗੁੱਟ ਨਿਰਲੇਪਤਾ ਇੰਪੋਰਟੈਂਟ ਆ। ਗੁੱਟ ਨਿਰਲੇਪਤਾ, ਠੀਕ ਹੈ, ਗੁੱਟ ਨਿਰਲੇਪਤਾ ਭਾਵ ਕਿ ਕਿਸੇ ਗੁੱਟ ਵਿੱਚ ਸ਼ਾਮਲ ਨਾ ਹੋਣਾ, ਗੁੱਟਬੰਦੀ ਤੇ ਰਾਜਨੀਤੀ ਤੋਂ ਦੂਰ ਰਹਿਣਾ। ਤੇ ਦੂਜਾ ਗੁੱਟ ਨਿਰਲੇਪਤਾ ਦਾ ਅਰਥ ਕੀ ਹੈ, ਅੰਤਰਰਾਸ਼ਟਰੀ ਮਾਮਲੇ ਉੱਤੇ ਸੰਬੰਧੀ ਯੋਗਤਾ ਦੇ ਆਧਾਰ 'ਤੇ ਨਿਰਣੇ ਲੈਣਾ। ਠੀਕ ਹੈ, ਤੇ ਤੀਜਾ ਕਿ ਸਮੂਹਿਕ ਸੈਨਿਕ ਸਮਝੌਤੇ ਤੋਂ ਦੂਰ ਰਹਿਣਾ। ਭਾਰਤੀ ਗੁੱਟ ਨਿਰਲੇਪ ਨੀਤੀ ਵਿਦੇਸ਼ ਨੀਤੀ ਦੀ ਪਰਿਭਾਸ਼ਾ। ਠੀਕ ਹੈ, ਫਿਰ ਤੋਂ ਦੁਬਾਰਾ ਆ ਗਿਆ। ਤੇ ਪੰਚਸ਼ੀਲ, ਹਾਂਜੀ ਪੰਚਸ਼ੀਲ 29 ਮਾਰਚ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਚੀਨ ਦੇ ਪ੍ਰਧਾਨ ਮੰਤਰੀ ਮਿਸਟਰ ਚੋਊ ਐਨ ਲਾਈ ਵਿਚਕਾਰ ਆ ਜਿਹੜੇ ਕਿ ਤਿੱਬਤ ਨੂੰ ਲੈ ਕੇ ਵਪਾਰਕ ਸਮਝੌਤਾ ਹੋਇਆ ਸੀ, ਜਿਹਨੂੰ ਪੰਚਸ਼ੀਲ ਕਿਹਾ ਜਾਂਦਾ। ਤੇ ਇਹਦੇ 5 ਸਿਧਾਂਤ ਸੀ। ਇੱਕ ਦੂਜੇ ਦੇ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਦਾ ਪਰਸਪਰ ਸਤਿਕਾਰ ਕਰਨਾ, ਇੱਕ ਦੂਜੇ 'ਤੇ ਹਮਲਾ ਨਾ ਕਰਨਾ, ਇੱਕ ਦੂਜੇ ਦੇ ਅੰਦਰੂਨੀ ਕੰਮਾਂ ਵਿੱਚ ਦਖਲ ਨਾ ਦੇਣਾ, ਸਮਾਨਤਾ ਤੇ ਪਰਸਪਰ ਲਾਭ, ਸ਼ਾਂਤਮਈ ਸਹਿਹੋਂਦ। ਠੀਕ ਹੈ, ਇੰਪੋਰਟੈਂਟ ਆ ਮੋਸਟ। ਤੇ ਪਰਮਾਣੂ ਨੀਤੀ ਕੀ ਹੈ, ਇਹ ਵੀ ਮੋਸਟ ਇੰਪੋਰਟੈਂਟ ਆ। ਠੀਕ ਹੈ, CTBT ਆ ਦੇਖੋ ਇਹ। ਠੀਕ ਹੈ, NNPT, ਇਹ ਸ਼ਾਰਟ ਫਾਰਮਸ, ਇਹਨੂੰ ਧਿਆਨ ਦੇ ਨਾਲ ਰੀਡ ਕਰ ਲੈਣਾ। ਤੇ ਵਿਦੇਸ਼ ਨੀਤੀ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਕਿਹੜੇ ਨੇ। ਰਾਸ਼ਟਰੀ ਹਿੱਤ, ਇਤਿਹਾਸਿਕ ਤਜਰਬਾ, ਭੂਗੋਲਿਕ ਸਥਿਤੀ, ਆਰਥਿਕ ਵਿਕਾਸ, ਸੈਨਿਕ ਤੱਤ, ਘਰੇਲੂ ਹਿੰਸਾ, ਅੰਤਰਰਾਸ਼ਟਰੀ ਵਾਤਾਵਰਨ, ਰਾਸ਼ਟਰੀ ਨੇਤਾਵਾਂ ਦੇ ਵਿਅਕਤੀਗਤ। ਠੀਕ ਹੈ, ਤੇ ਵਿਦੇਸ਼ ਨੀਤੀ ਦੇ ਸਿਧਾਂਤ ਕਿਹੜੇ ਨੇ, ਉਹੀ ਆ ਜਾਣਗੇ ਇਹਦੇ ਵਿੱਚ। ਗੁੱਟ ਨਿਰਲੇਪਤਾ ਲਿਖ ਸਕਦੇ ਹੋ ਇਹਦੇ ਵਿੱਚ ਤੁਸੀਂ, ਤੇ ਇੱਕ ਇਹਦੇ ਵਿੱਚ ਪੰਚਸ਼ੀਲ ਲਿਖ ਸਕਦੇ ਹੋ ਤੁਸੀਂ, ਪੰਚਸ਼ੀਲ। ਠੀਕ ਹੈ, ਵਿਸ਼ਵ ਸ਼ਾਂਤੀ ਦੀ ਸਥਾਪਨਾ, ਦੂਜੇ ਦੇਸ਼ਾਂ ਨਾਲ ਮਿੱਤਰਤਾਪੂਰਨ ਸੰਬੰਧ, ਇਹ ਵੀ ਮੋਸਟ ਇੰਪੋਰਟੈਂਟ ਆ। ਤੇ ਨਿਸ਼ਸਤਰੀਕਰਨ ਵਾਲਾ ਇੱਕ ਵਾਰ ਰੀਡ ਕਰ ਲੈਣਾ। ਸੰਯੁਕਤ ਰਾਸ਼ਟਰ ਸੰਘ। ਠੀਕ ਹੈ, ਤਾਂ ਇਹਦੇ ਬਹੁਤ ਵਾਰ ਮੈਂ ਕੁਐਸਚਨ ਦੱਸੇ ਹੋਏ ਤੁਹਾਨੂੰ ਵੈਰੀ ਸ਼ਾਰਟ 'ਚ। ਏਜੰਸੀਆਂ ਕਿਹੜੀਆਂ ਨੇ। ਠੀਕ ਹੈ, ਇਹਦੇ ਵਿੱਚ ਤੇ ਉਹ ਅੰਗ ਲੈਦੇ ਨੇ, ਏਜੰਸੀਆਂ ਅਲੱਗ ਨੇ। ਠੀਕ ਹੈ, ਕਨਫਿਊਜ਼ ਨਹੀਂ ਹੋਣਾ। ਹਾਂਜੀ, ਸੰਯੁਕਤ ਰਾਸ਼ਟਰ ਤੋਂ ਕੀ ਭਾਵ, ਇਹਦੇ ਅੰਗ। ਕਦੋਂ ਸਥਾਪਨਾ ਹੁੰਦੀ ਹੈ, 24 ਅਕਤੂਬਰ 1945 ਨੂੰ। ਠੀਕ ਹੈ, ਤੇ ਇਹਦਾ ਜਿਹੜਾ ਸੰਵਿਧਾਨ ਇਹਨੂੰ ਚਾਰਟਰ ਕਹਿੰਦੇ ਨੇ। ਤੇ ਸਾਨ ਫਰਾਂਸਿਸਕੋ ਦੇ ਵਿੱਚ ਤਿਆਰ ਹੋਇਆ ਚਾਰਟਰ। ਤੇ ਇਹਦਾ ਮੁੱਖ ਦਫ਼ਤਰ ਹੈਗਾ ਨਿਊਯਾਰਕ, ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵਿੱਚ। ਪਹਿਲਾਂ 51 ਮੈਂਬਰ ਸੀ, ਹੁਣ 193 ਨੇ। ਮਹਾਸਭਾ, ਜਿਸ ਨੂੰ ਜਿਹੜੇ ਕਿ ਸੰਸਦ ਵੀ ਕਹਿੰਦੇ ਨੇ, ਸੁਰੱਖਿਆ ਪਰਿਸ਼ਦ, ਜਿਸ ਦੇ ਵਿੱਚ 15 ਮੈਂਬਰ ਹੁੰਦੇ ਨੇ, 10 ਅਸਥਾਈ, 5 ਸਥਾਈ ਜਿਨ੍ਹਾਂ ਨੂੰ ਵੀਟੋ ਸ਼ਕਤੀ ਦਾ ਅਧਿਕਾਰ ਹੈ। ਚੀਨ, ਠੀਕ ਹੈ, ਚੀਨ, ਅਮਰੀਕਾ, ਰੂਸ, ਫਰਾਂਸ, ਬ੍ਰਿਟੇਨ ਭਾਵ ਕਿ ਇੰਗਲੈਂਡ। ਤੇ ਆਰਥਿਕ ਤੇ ਸਮਾਜਿਕ ਪਰਿਸ਼ਦ ਦੇ ਵਿੱਚ 54 ਮੈਂਬਰ ਹੁੰਦੇ ਨੇ। ਟਰਸਟੀਸ਼ਿਪ, ਇਹਦੇ ਵਿੱਚ ਕੋਈ ਨਿਸ਼ਚਿਤ ਨਹੀਂ ਹੁੰਦੀ। ਠੀਕ ਹੈ, ਸੰਖਿਆ ਵੀ ਕਿੰਨੇ ਮੈਂਬਰ ਹੋਣੇ ਚਾਹੀਦੇ ਨੇ। ਨਿਆਂ ਦੀ ਅੰਤਰਰਾਸ਼ਟਰੀ ਅਦਾਲਤ ਤੇ ਸਕੱਤਰਤ,
ਅੱਗੇ ਵੀਟੋ ਸ਼ਕਤੀ, ਹਾਂਜੀ ਵੀਟੋ ਸ਼ਕਤੀ ਜਿਹੜੇ 5 ਸਥਾਈ ਮੈਂਬਰ ਨੇ ਉਹਨਾਂ ਨੂੰ ਵੀਟੋ ਸ਼ਕਤੀ ਦਾ ਅਧਿਕਾਰ ਹੈ। ਠੀਕ ਹੈ, ਤੇ ਇਹਨੂੰ ਰੀਡ ਕਰ ਲੈਣਾ ਇੱਕ ਵਾਰ। ਇਹ ਵੀ ਮੋਸਟ ਇੰਪੋਰਟੈਂਟ ਆ। ਭਾਰਤ ਦੀ ਸੰਯੁਕਤ ਰਾਸ਼ਟਰ ਵਿੱਚ ਭੂਮਿਕਾ। ਠੀਕ ਹੈ, ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਬਸਤੀਵਾਦ ਸਾਮਰਾਜਵਾਦ ਦੀ ਹਮੇਸ਼ਾ ਸਖਤ ਵਿਰੋਧਤਾ ਕੀਤੀ ਹੈ। ਨਸਲਵਾਦ ਫਿਰ ਰੰਗ ਭੇਦਭਾਵ ਦੇ ਵਿਰੁੱਧ ਆਵਾਜ਼ ਉਠਾਈ ਹੈ ਅਤੇ ਗੁੱਟ ਨਿਰਲੇਪਤਾ ਨੀਤੀ ਦਾ ਸਮਰਥਨ ਕੀਤਾ। ਸੰਯੁਕਤ ਰਾਸ਼ਟਰ ਨੂੰ ਵਿਸ਼ਵ ਸੰਗਠਨ ਬਣਾਉਣ ਲਈ ਹਮੇਸ਼ਾ ਹਰੇਕ ਨਵੇਂ ਦੇਸ਼ ਨੂੰ ਸ਼ਾਮਲ ਕਰਨ ਦਾ ਹਮੇਸ਼ਾ ਸਮਰਥਨ ਕੀਤਾ। ਭਾਰਤ ਸੁਰੱਖਿਆ ਪ੍ਰੀਸ਼ਦ ਦਾ 6 ਵਾਰੀ ਸਥਾਈ ਮੈਂਬਰ ਰਹਿ ਚੁੱਕਿਆ ਅਤੇ ਸਮਾਜਿਕ ਆਰਥਿਕ ਪ੍ਰੀਸ਼ਦ 9 ਵਾਰ ਮੈਂਬਰ ਰਹਿ ਚੁੱਕਿਆ ਅਤੇ ਸੰਯੁਕਤ ਰਾਸ਼ਟਰ ਦੇ ਅੰਗਾਂ ਅਤੇ ਏਜੰਸੀ ਵਿੱਚ ਮਹੱਤਵਪੂਰਨ ਪਦਵੀਆਂ 'ਤੇ ਕੰਮ ਕੀਤਾ। ਅਤੇ ਸੁਰੱਖਿਆ ਪ੍ਰੀਸ਼ਦ ਦੀ ਮੰਗ ਭਾਰਤ ਨੇ ਵਿਸ਼ਵ ਦੇ ਵੱਖ-ਵੱਖ ਭਾਗਾਂ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਸੈਨਿਕ ਟੁਕੜੀਆਂ ਭੇਜਣੀਆਂ ਨੇ। ਠੀਕ ਹੈ, ਭੇਜੀਆਂ ਨੇ। ਅਤੇ ਭੂਮਿਕਾ ਵਾਲਾ ਉਹੀ ਆ ਗਿਆ। ਠੀਕ ਹੈ, ਅੰਗ ਅੱਗੇ ਅਲੱਗ ਤੋਂ ਪੁੱਛ ਲਏ। ਅਤੇ ਸਰਵ ਵਿਆਪੀ ਮਨੁੱਖੀ ਅਧਿਕਾਰ ਘੋਸ਼ਣਾ। ਠੀਕ ਹੈ, 10 ਨਵੰਬਰ 1948 ਦੇ ਵਿੱਚ ਇਹਨੂੰ ਰੀਡ ਕਰ ਲੈਣਾ ਇੱਕ। ਇਹ ਵੀ ਇੰਪੋਰਟੈਂਟ ਹੈ। ਠੀਕ ਹੈ, ਇੰਪੋਰਟੈਂਟ, ਇਹਨੂੰ ਰੀਡ ਕਰ ਲਿਓ। ਅਤੇ ਉਸ ਤੋਂ ਅੱਗੇ ਹੈ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਕਦੋਂ ਤੱਕ ਰਿਹਾ। ਸੰਯੁਕਤ ਰਾਸ਼ਟਰ ਦੇ ਉਦੇਸ਼, ਵੈਸੇ ਇਹਦੇ ਵਿੱਚ ਇਹਦੀ ਸਥਾਪਨਾ ਅਤੇ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤੀ ਭੂਮਿਕਾ ਅਤੇ ਇੱਕ ਇਹਦੇ ਵਿੱਚੋਂ ਜਿਹੜੇ ਕਿ ਗੁੱਟ ਨਿਰਲੇਪਤਾ ਵਾਲਾ। ਠੀਕ ਹੈ, ਪੰਚਸ਼ੀਲ ਅਤੇ ਇਹਨਾਂ ਦੇ ਅੰਗ, ਇਹ ਇੰਪੋਰਟੈਂਟ ਕੁਐਸਚਨ ਬਣਦੇ ਨੇ। ਠੀਕ ਹੈ, ਹਾਂਜੀ ਸਾਰਕ ਕੀ ਹੈ, ਸਾਰਕ। ਠੀਕ ਹੈ, ਇਹਦੇ ਵਿੱਚ ਤੁਸੀਂ ਇਹਦਾ ਫੁੱਲ ਫਾਰਮ ਲਿਖ ਸਕਦੇ ਹੋ। ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਹੈ। ਇਹਦੀ ਸਥਾਪਨਾ 8 ਦਸੰਬਰ 1985 ਦੇ ਵਿੱਚ ਹੁੰਦੀ ਹੈ। ਦਫ਼ਤਰ ਹੈਗਾ ਕਾਠਮਾਂਡੂ, ਨੇਪਾਲ ਦੀ ਰਾਜਧਾਨੀ। ਫਸਟ ਸੰਮੇਲਨ ਢਾਕਾ, ਬੰਗਲਾਦੇਸ਼ ਦੀ ਰਾਜਧਾਨੀ ਦੇ ਵਿੱਚ ਹੁੰਦਾ। ਅਤੇ ਇਹਦੇ ਪਹਿਲਾਂ 7 ਮੈਂਬਰ ਸੀ। ਭਾਰਤ, ਮਾਲਦੀਵ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਭੂਟਾਨ। ਹੁਣ ਅਤੇ 8ਵਾਂ ਮੈਂਬਰ ਇਹਦੇ ਵਿੱਚ ਅਫਗਾਨਿਸਤਾਨ। ਅਤੇ ਸਾਰਕ ਦੀ ਮੈਂਬਰਸ਼ਿਪ ਇੱਕ ਵਾਰ ਰੀਡ ਕਰ ਲੈਣਾ। ਮੁੱਢਲੇ ਮੈਂਬਰ ਹੁੰਦੇ ਨੇ ਅਤੇ ਦੂਜੇ ਨਿਗਰਾਨ ਮੈਂਬਰ ਹੁੰਦੇ ਨੇ। ਠੀਕ ਹੈ, ਇੱਕ ਵਾਰ ਰੀਡ ਕਰ ਲਿਓ। ਬਾਕੀ ਇਹਦੇ ਵਿੱਚ ਸਾਰਕ ਕੀ ਹੈ, ਇੰਪੋਰਟੈਂਟ ਹੈ। ਅਤੇ ਇਹਦੇ ਸਿਧਾਂਤ ਇਹ ਇੰਪੋਰਟੈਂਟ ਨੇ। ਠੀਕ ਹੈ, ਸਿੰਪਲ ਜਿਹੇ ਸਿਧਾਂਤ ਨੇ। ਉਦੇਸ਼ ਇੱਕ ਵਾਰ ਰੀਡ ਕਰ ਲਿਓ। ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸੰਬੰਧ, ਇਹ ਲੌਂਗ ਲਈ ਵੀ ਇੰਪੋਰਟੈਂਟ ਆ, ਸ਼ਾਰਟ ਲਈ ਵੀ ਤੁਸੀਂ ਇੱਕ ਵਾਰ ਪੜ੍ਹਨਾ। ਚੀਨ ਨਾਲ, ਪਾਕਿਸਤਾਨ ਨਾਲ। ਠੀਕ ਹੈ, ਬੰਗਲਾਦੇਸ਼ ਨਾਲ। ਇੱਕ ਵਾਰ ਰੀਡ ਕਰ ਲਿਓ। ਕਸ਼ਮੀਰ ਸਮੱਸਿਆ ਕੀ ਹੈ, ਮੋਸਟ ਇੰਪੋਰਟੈਂਟ ਆ। ਠੀਕ ਹੈ, 3 ਅੰਕਾਂ ਲਈ ਕਸ਼ਮੀਰ ਸਮੱਸਿਆ ਕੀ ਹੈ। ਤਾਂ ਇਹਦੇ ਵਿੱਚ ਹੈ ਕਿ ਇਸ ਰਿਆਸਤ ਦੇ ਵਿੱਚ ਜਿਹੜੀ ਕਿ ਜਨਸੰਖਿਆ ਬਹੁਤ ਜ਼ਿਆਦਾ ਮੁਸਲਮਾਨਾਂ ਦੀ ਸੀ, ਪਰੰਤੂ ਜਿਹੜੇ ਇਹਦਾ ਸ਼ਾਸਕ ਸੀ ਕਸ਼ਮੀਰ ਦਾ, ਉਹ ਹਿੰਦੂ ਸੀ। ਤਾਂ ਪਾਕਿਸਤਾਨ ਨੇ ਇਸ ਰਿਆਸਤ ਨੂੰ ਆਪਣੇ ਦੇ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਅਕਤੂਬਰ 1947 ਦੇ ਵਿੱਚ ਹਥਿਆਰਬੰਦ ਕਬੀਲਿਆਂ ਦੁਆਰਾ ਕਸ਼ਮੀਰ 'ਤੇ ਹਮਲਾ ਕਰਵਾਇਆ। ਅਤੇ ਇਸ ਹਮਲੇ ਦੇ ਵਿੱਚ ਪਾਕਿਸਤਾਨ ਦਾ ਜਿਹੜੇ ਕਿ ਸੀ, ਅਤੇ ਕਿਉਂਕਿ ਉਹਨਾਂ ਨੂੰ ਉੱਧਰ ਸ਼ਾਮਲ ਕਰਨਾ ਚਾਹੁੰਦਾ ਸੀ। ਅਤੇ ਇਸ ਸੰਕਟਕਾਲੀਨ ਸਥਿਤੀ ਦੇ ਵਿੱਚ ਜਿਹੜਾ ਕਸ਼ਮੀਰ ਦਾ ਸ਼ਾਸਕ ਸੀ ਹਰੀ ਸਿੰਘ, ਉਹਨੇ ਭਾਰਤ ਤੋਂ ਸਹਾਇਤਾ ਮੰਗੀ। ਅਤੇ ਇਹਦੇ ਨਾਲ ਹੀ 26 ਅਕਤੂਬਰ 1947 ਨੂੰ ਸਮਰਾਟ ਨੇ ਜਿਹੜੀ ਕਿ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਨ ਦੀ ਘੋਸ਼ਣਾ ਕੀਤੀ। ਅਤੇ ਘੋਸ਼ਣਾ ਤੋਂ ਬਾਅਦ ਭਾਰਤ ਨੇ ਆਪਣੇ ਇਸ ਖੇਤਰ ਦੀ ਰੱਖਿਆ ਲਈ ਪਾਕਿਸਤਾਨ 'ਤੇ ਹਮਲਾਵਰਾਂ ਦਾ ਸਾਹਮਣਾ ਕੀਤਾ। ਅਤੇ ਭਾਰਤ ਇਸ ਖੇਤਰ ਨੂੰ ਆਪਣਾ ਟੁੱਟਾ ਅੰਗ ਸਮਝਦਾ ਸੀ। ਪਾਕਿਸਤਾਨ ਨੂੰ ਇਹ ਗੱਲ ਜਿਹੜੀ ਕਿ ਅਸਵੀਕਾਰ ਕਰਦਾ। ਅਤੇ ਪਾਕਿਸਤਾਨ ਦੀ ਇਹ ਮੰਗ ਹੈ ਕਿ ਇਸ ਖੇਤਰ ਦੇ ਲੋਕਾਂ ਦਾ ਜਿਹੜਾ ਲੋਕ ਮਤ ਹੈ ਉਹ ਸੰਗ੍ਰਹਿ ਕਰਵਾਇਆ ਜਾਵੇ ਅਤੇ ਲੋਕ ਆਪਣੀ ਇੱਛਾ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿੱਚ ਸ਼ਾਮਲ ਹੋਣ ਜਾਂ ਜਿਹੜੇ ਕਿ ਸੁਤੰਤਰ ਰਾਜ ਦੇ ਰੂਪ 'ਚ ਸੰਗਠਿਤ ਹੋਣ ਦਾ ਫੈਸਲਾ ਕਰਨ। ਅਤੇ ਭਾਰਤ ਪਾਕਿਸਤਾਨ ਦੀ ਇਸ ਮੰਗ ਨੂੰ ਸਵੀਕਾਰ ਨਹੀਂ ਕਰਦਾ, ਅਤੇ ਜਿਸ ਕਰਕੇ ਇਹਨਾਂ ਦੇ ਵਿੱਚ ਜਿਹੜੀ ਕਿ ਇਹ ਸਮੱਸਿਆ ਬਣਿਆ ਹੋਇਆ। ਠੀਕ ਹੈ, ਇਹਨੂੰ ਰੀਡ ਕਰ ਲੈਣਾ ਬਾਕੀ ਇੱਕ ਵਾਰ। ਹਾਂਜੀ, ਸ਼ਿਮਲਾ ਸਮਝੌਤਾ, ਇਹ ਤਾਂ ਵੈਰੀ ਸ਼ਾਰਟਲੀ ਵੀ ਇੰਪੋਰਟੈਂਟ ਆ। ਸ਼ਿਮਲਾ ਸਮਝੌਤਾ ਵੀ ਕਦੋਂ ਹੁੰਦਾ, ਅਤੇ ਇਹ 2 ਜੁਲਾਈ 1972 ਦੇ ਵਿੱਚ ਹੁੰਦਾ। ਸ਼ਿਮਲਾ ਵਿਖੇ ਭਾਰਤੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੇ ਵਿਚਕਾਰ। ਅਤੇ ਇਹਦੇ ਵਿੱਚ 6 ਅਨੁਛੇਦ ਸੀ। ਆਰਟੀਕਲ ਪਹਿਲੇ ਅਨੁਛੇਦ ਦੇ ਵਿੱਚ ਕਿਹਾ ਗਿਆ ਭਾਰਤ ਪਾਕਿਸਤਾਨ ਦੀਆਂ ਸਰਕਾਰਾਂ ਇਹ ਸੰਕਲਪ ਕਰਦੇ ਨੇ ਕਿ ਦੋਨੋਂ ਦੇਸ਼ ਉਸ ਵਿਰੋਧ ਅਤੇ ਤਣਾਅ ਨੂੰ ਸਮਾਪਤ ਕਰਨਗੇ ਜਿਨ੍ਹਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਵਿਗਾੜ ਪੈਦਾ ਕਰ ਰੱਖਿਆ। ਜਿਸ ਨੇ ਦੇਸ਼ਾਂ ਦੇ ਸੰਬੰਧਾਂ ਦੇ ਵਿੱਚ ਵਿਗਾੜ ਪੈਦਾ ਕਰ ਰੱਖਿਆ ਵੀ ਉਹ ਚੀਜ਼ਾਂ ਨੂੰ ਸਮਾਪਤ ਕਰ ਦੇਣਗੇ। ਅਤੇ ਦੂਜਾ ਕਿ ਦੋਨੋਂ ਇੱਕ ਦੂਜੇ ਦੇ
ਵਿਰੁੱਧ ਪ੍ਰਚਾਰ ਕਰਨ ਨੂੰ ਰੋਕਣ ਲਈ ਭਰਪੂਰ ਯਤਨ ਕਰਨਗੇ। ਤੀਜਾ, ਦੋਨਾਂ ਦੇ ਵਿੱਚ ਚੰਗੇ ਸੰਬੰਧ ਸਥਾਪਿਤ ਕਰਨ ਲਈ ਸਰਕਾਰਾਂ ਹੇਠ ਲਿਖੇ ਤੱਥਾਂ ਸੰਬੰਧੀ ਸਹਿਮਤ ਹੋਣਗੀਆਂ। ਦੋਨੋਂ ਦੇਸ਼ਾਂ ਵਿੱਚ ਸੰਚਾਰ ਦੇ ਸਾਧਨ ਅਤੇ ਹਵਾਈ ਉਡਾਨਾਂ ਨੂੰ ਬਹਾਲ ਕਰਨ ਲਈ ਕਦਮ ਚੁੱਕੇ ਜਾਣਗੇ ਅਤੇ ਦੋਨਾਂ ਦੇਸ਼ਾਂ ਨਾਗਰਿਕਾਂ ਲਈ ਆਵਾਜਾਈ ਦੀਆਂ ਸਹੂਲਤਾਂ ਵਿਕਸਿਤ ਕਰਨ ਲਈ ਉਚਿਤ ਕਾਰਵਾਈਆਂ ਕੀਤੀਆਂ ਜਾਣਗੀਆਂ। ਅਤੇ ਭਾਰਤ ਪਾਕਿਸਤਾਨ ਦਾ ਭਵਿੱਖ ਵੀ ਇੰਪੋਰਟੈਂਟ ਹੈ। ਅਤੇ ਪੰਚਸ਼ੀਲ, ਇਹ ਆਪਣਾ ਹੋ ਗਿਆ ਪੰਚਸ਼ੀਲ। ਮੈਕਮੋਹਨ ਰੇਖਾ, ਇਹ ਤਾਂ ਵੈਸੇ ਵੈਰੀ ਸ਼ਾਰਟਲੀ ਪੜ੍ਹ ਲੈਣਾ ਕਿ ਭਾਰਤ ਅਤੇ ਚੀਨ ਦੇ ਖੇਤਰ ਦੀ ਜਿਹੜੀ ਮੈਕਮੋਹਨ ਰੇਖਾ। ਅਤੇ ਕਰਤਾਰਪੁਰ ਲਾਂਘਾ, ਅੱਗੇ ਕਰਤਾਰਪੁਰ ਲਾਂਘਾ ਵੀ ਮੋਸਟ ਇੰਪੋਰਟੈਂਟ ਆ। ਅਤੇ 30 ਅਕਤੂਬਰ 2018 ਨੂੰ ਅਮਰੀਕੀ ਸਿੱਖਾਂ ਦਾ ਇੱਕ ਜਥਾ ਭਾਰਤੀ ਪ੍ਰਧਾਨ ਮੰਤਰੀ ਨੂੰ ਮਿਲਿਆ ਅਤੇ ਉਸਨੇ ਵੀ ਕਰਤਾਰਪੁਰ ਲਾਂਘੇ ਦੇ ਨਿਰਮਾਣ ਸੰਬੰਧੀ ਭਾਰਤ ਸਰਕਾਰ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਅਤੇ ਨਵੰਬਰ 2018 ਦੇ ਵਿੱਚ ਭਾਰਤੀ ਮੰਤਰੀ ਮੰਡਲ ਨੇ ਕਰਤਾਰਪੁਰ ਲਾਂਘਾ ਬਣਾਉਣ ਲਈ ਨਿਰਣਾ ਲਿਆ ਅਤੇ ਪਾਕਿਸਤਾਨ ਦੀ ਮੰਗ ਨੂੰ ਲੋੜੀਂਦੇ ਕਦਮ ਚੁੱਕਣ ਲਈ ਸੁਝਾਅ ਦਿੱਤਾ। ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ SM ਕੁਰੈਸ਼ੀ ਨੇ ਵੀ ਇਹ ਕਿਹਾ ਸੀ ਕਿ ਪਾਕਿਸਤਾਨ ਇਹ ਲਾਂਘਾ ਸਥਾਪਿਤ ਕਰਨ ਲਈ ਤਿਆਰ ਹੈ। ਅਤੇ 26 ਨਵੰਬਰ 2018 ਨੂੰ ਭਾਰਤੀ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਮਾਰਗ 'ਤੇ ਪਿੰਡ ਮਾਨ, ਜ਼ਿਲ੍ਹਾ ਗੁਰਦਾਸਪੁਰ ਵਿਖੇ ਨੀਂਹ ਪੱਥਰ ਰੱਖਿਆ। ਅਤੇ 28 ਨਵੰਬਰ 2018 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਰਤਾਰਪੁਰ ਲਾਂਘਾ ਦਾ ਨੀਂਹ ਪੱਥਰ ਪਾਕਿਸਤਾਨ ਦੇ ਜ਼ਿਲ੍ਹਾ ਨੈਰੋਵਾਲ ਦੇ ਨੇੜੇ ਇੱਕ ਸਥਾਨ 'ਤੇ ਰੱਖਿਆ। ਅਤੇ ਭਾਰਤ ਦੇ 2 ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਨੇ ਉਸਦੇ ਸਮਾਗਮ ਵਿੱਚ ਭਾਰਤ ਸਰਕਾਰ ਦੀ ਪ੍ਰਤੀਨਿਧਤਾ ਕੀਤੀ। ਅਤੇ ਉਹਨਾਂ ਤੋਂ ਇਲਾਵਾ ਸਰਦਾਰ ਨਵਜੋਤ ਸਿੰਘ ਸਿੱਧੂ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਸਮਾਗਮ ਵਿੱਚ ਹਾਜ਼ਰ ਜਿਹੜੇ ਕਿ ਗਏ। ਠੀਕ ਹੈ। ਅਤੇ ਤਾਸ਼ਕੰਦ ਸਮਝੌਤਾ, ਹਾਂਜੀ ਇਹ ਵੀ ਇੰਪੋਰਟੈਂਟ ਆ। ਤਾਸ਼ਕੰਦ ਸਮਝੌਤਾ 1965 ਦੇ ਵਿੱਚ ਭਾਰਤ ਪਾਕਿਸਤਾਨ ਤੋਂ ਪੈਦਾ ਹੋਈਆਂ ਸਮੱਸਿਆਵਾਂ ਦੇ ਹੱਲ ਲਈ ਰੂਸੀ ਨੇਤਾਵਾਂ ਦੇ ਯਤਨਾਂ ਸਦਕਾ ਹੁੰਦਾ। ਰੂਸ ਦੀ ਜਿਹੜੀ ਧਰਤੀ ਤਾਸ਼ਕੰਦ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਜਿਹੜੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਿਚਕਾਰ ਵਿਚਾਰ ਵਟਾਂਦਰਾ ਹੁੰਦਾ। ਅਤੇ ਵਿਚਾਰ ਵਟਾਂਦਰਾ 4 ਜਨਵਰੀ ਤੋਂ ਲੈ ਕੇ 10 ਜਨਵਰੀ 1966 ਤੱਕ ਹੁੰਦਾ। ਅਤੇ ਇਸ ਦੇ ਵਿੱਚ ਸਿੱਟੇ ਵਜੋਂ 10 ਜਨਵਰੀ 1966 ਨੂੰ ਭਾਰਤੀ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਿੱਚ ਸਮਝੌਤੇ ਦਸਤਖਤ ਹੁੰਦੇ ਨੇ, ਜਿਸ ਨੂੰ ਤਾਸ਼ਕੰਦ ਸਮਝੌਤਾ ਕਿਹਾ ਜਾਂਦਾ। ਅਤੇ ਇਸ ਸਮਝੌਤੇ ਦੇ ਅਧੀਨ ਦੋਵੇਂ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਦੇ ਅਨੁਸਾਰ ਚੰਗੇ ਮਿੱਤਰਤਾ ਭਰੇ ਸੰਬੰਧ ਕਾਇਮ ਰੱਖਣ ਲਈ ਸਹਿਮਤ ਹੋਏ। ਅਤੇ ਸਮਝੌਤੇ ਦੇ ਅਨੇਕਾਂ ਮਹੱਤਵਪੂਰਨ ਸਮੱਸਿਆਵਾਂ ਦੇ ਹੱਲ ਲਈ ਵੀ ਵਿਵਸਥਾਵਾਂ ਕੀਤੀਆਂ ਗਈਆਂ। ਅਤੇ ਭਾਰਤ ਅਮਰੀਕੀ ਸੰਬੰਧ, ਠੀਕ ਹੈ। ਅਤੇ ਭਾਰਤ ਰੂਸ ਲਈ ਜ਼ਿੰਮੇਵਾਰ ਕਾਰਨ, ਮਿੱਤਰਤਾ ਲਈ ਜ਼ਿੰਮੇਵਾਰ ਕਾਰਗਿਲ ਯੁੱਧ, ਭਾਰਤ ਹਵਾਈ ਜਹਾਜ਼ਾਂ ਦਾ ਅਪਹਰਨ, ਦਸੰਬਰ ਰੂਸੀ ਰਾਸ਼ਟਰਪਤੀ ਭਾਰਤ ਯਾਤਰਾ, ਹਾਂਜੀ ਭਾਰਤ ਪਰਮਾਣੂ ਸਮਝੌਤਾ ਅਤੇ ਨੋਟ। ਭਾਰਤ ਅਮਰੀਕਾ ਦੇ ਵਿਚਕਾਰ ਪਰਮਾਣੂ ਸਮਝੌਤਾ ਜਿਹੜੇ ਕਿ 2006 ਦੇ ਵਿੱਚ ਹੁੰਦਾ, ਗੈਰ ਸੈਨਿਕ ਮਹੱਤਵਾਂ ਲਈ ਇੱਕ ਪਰਮਾਣੂ ਸਮਝੌਤਾ ਹੋਇਆ। ਇਸ ਉਦੇਸ਼ ਦੇ ਲਈ, ਜਿਸ ਦਾ ਉਦੇਸ਼ ਕੀ ਸੀ ਕਿ ਭਾਰਤ ਦੀ ਬਿਜਲੀ ਦੀ ਪੂਰਤੀ ਨੂੰ ਪੂਰਾ ਕਰਨਾ। ਅਤੇ ਸਮਝੌਤੇ ਦੇ ਫਲਸਰੂਪ 2020 ਤੱਕ ਘੱਟੋ ਘੱਟ 2000 ਮੈਗਾਵਾਟ ਵਾਧੂ ਬਿਜਲੀ ਪੈਦਾ ਕਰਨ ਦਾ ਟੀਚਾ ਰੱਖਿਆ ਗਿਆ ਸੀ। ਅਤੇ ਅਮਰੀਕਾ ਇਸ ਦੇ ਲਈ ਭਾਰਤ ਲਈ ਦੀ ਹਰੇਕ ਲੋੜੀਂਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਤਿਆਰ ਹੈ, ਜੇ ਭਾਰਤ ਅਮਰੀਕਾ ਨੂੰ ਆਪਣੇ ਪਰਮਾਣੂ ਬਿਜਲੀ ਕੇਂਦਰਾਂ ਨੂੰ ਨਿਰੀਖਣ ਕਰਨ ਦੀ ਆਗਿਆ ਦਿੰਦਾ। ਅਤੇ ਇਸ ਸਮਝੌਤੇ ਨੂੰ 123 ਸਮਝੌਤਾ ਵੀ ਕਿਹਾ ਜਾਂਦਾ। ਇਸ ਸਮਝੌਤੇ ਨੂੰ ਅਕਤੂਬਰ 2008 ਦੇ ਵਿੱਚ ਲਾਗੂ ਕੀਤਾ ਗਿਆ ਸੀ। ਇਸ ਸਮਝੌਤੇ ਲਾਗੂ ਹੋਣ ਤੋਂ ਮਗਰੋਂ 30 ਸਾਲਾਂ ਤੋਂ ਬਾਅਦ ਭਾਰਤ 'ਤੇ ਲੱਗੇ ਹੋਏ ਪ੍ਰਤੀਬੰਧਾਂ ਨੂੰ ਵੀ ਹਟਾ ਦਿੱਤਾ ਗਿਆ, ਪਿਛਲੇ 30 ਸਾਲਾਂ ਤੋਂ ਲੱਗੇ ਹੋਏ, ਠੀਕ ਹੈ। ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ, ਇਹ ਵੀ ਮੋਸਟ ਇੰਪੋਰਟੈਂਟ ਆ। ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੇ ਅਧਿਕ ਪ੍ਰਧਾਨ ਅਤੇ 4 ਨਿਯਮਿਤ ਮੈਂਬਰ ਹੁੰਦੇ ਨੇ, ਜਿਨ੍ਹਾਂ ਤੋਂ ਇਲਾਵਾ ਘੱਟ ਗਿਣਤੀ ਅਨੁਸੂਚਿਤ ਜਾਤੀਆਂ ਇਸਤਰੀਆਂ ਲਈ ਸਥਾਪਿਤ ਕੀਤੇ ਗਏ ਰਾਸ਼ਟਰੀ ਆਯੋਗ ਦੇ ਪ੍ਰਧਾਨ ਕੇਵਲ ਕੁਝ ਵਿਸ਼ੇਸ਼ ਕਾਰਜਾਂ ਦੀ ਪੂਰਤੀ ਲਈ ਇਸ ਆਯੋਗ ਦੇ ਮੈਂਬਰ ਸਮਝੇ ਜਾਂਦੇ ਨੇ। ਅਤੇ ਆਯੋਗ ਦਾ ਇੱਕ ਮਹਾਸਚਿਵ ਹੁੰਦਾ, ਜਿਸ ਨੂੰ ਆਯੋਗ ਦਾ ਕਾਰਜਕਾਰੀ ਅਧਿਕਾਰੀ ਕਿਹਾ ਜਾਂਦਾ ਹੈ। ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੇ ਕੰਮ, ਠੀਕ ਹੈ, 4 ਕਾਰਜ। ਪਹਿਲਾ ਕੀ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਸ਼ਿਕਾਇਤ ਨੂੰ ਜਾਂਚ ਪੜਤਾਲ ਕਰਨਾ, 1993 ਦੇ ਵਿੱਚ ਸੰਸਦ ਤੋਂ ਪਾਸ ਕੀਤਾ ਗਿਆ ਕਾਨੂੰਨ, ਠੀਕ ਹੈ। ਅਤੇ ਸੈਕਿੰਡ ਹੈ, ਕਿਸੇ ਸਾਰਵਜਨਿਕ ਅਧਿਕਾਰਾਂ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਸੰਬੰਧੀ ਪ੍ਰਯੋਗ ਕੀਤੀ ਗਈ ਲਾਪਰਵਾਹੀ ਦੀ ਜਾਂਚ ਕਰਨਾ। ਅਤੇ ਕਿਸੇ ਅਦਾਲਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸੰਬੰਧੀ ਚੱਲ ਰਹੇ ਮੁਕੱਦਮੇ ਦੀ ਕਾਰਵਾਈ ਦੇ ਵਿੱਚ ਕਿਸੇ ਅਦਾਲਤ ਦੀ ਆਗਿਆ ਪ੍ਰਾਪਤ ਕਰਨ ਤੋਂ ਬਾਅਦ ਸ਼ਾਮਿਲ ਹੋਣਾ। ਅਤੇ ਸੰਵਿਧਾਨ ਜਾਂ ਮੌਜੂਦਾ ਕਿਸੇ ਕਾਨੂੰਨ ਦੇ ਅਧੀਨ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਸੰਬੰਧੀ ਕੀਤੇ ਗਏ ਵਿਵਸਥਾਵਾਂ 'ਤੇ ਦੁਬਾਰਾ ਵਿਚਾਰ ਕਰਨਾ ਅਤੇ ਉਹਨਾਂ ਨੂੰ ਪ੍ਰਭਾਵਸ਼ਾਲੀ ਰੂਪ ਦੇ ਵਿੱਚ ਕਾਰਜਸ਼ੀਲ ਕਰਨ ਲਈ ਸਿਫਾਰਸ਼ ਕਰਨਾ, ਠੀਕ ਹੈ। ਮੋਸਟ ਇੰਪੋਰਟੈਂਟ ਹੈ ਵੀ। ਅਤੇ ਨਿਸ਼ਸਤਰੀਕਰਨ ਦਾ ਭਾਵ ਹਥਿਆਰਾਂ ਦੀ ਤੋਂ ਰਹਿਤ ਆ, ਠੀਕ ਹੈ। ਅਰਥਾਤ ਜੋ ਵੀ ਸਾਡੇ ਕੋਲ ਹਥਿਆਰ ਨੇ ਉਹਨਾਂ ਨੂੰ ਨਸ਼ਟ ਕਰਨਾ, ਉਹਨਾਂ ਦਾ ਉਤਪਾਦਨ ਜਾਂ ਵਿਸਥਾਰ ਨਹੀਂ ਕਰਨਾ, ਠੀਕ ਹੈ, ਨਿਸ਼ਸਤਰੀਕਰਨ ਹੈ। ਤਿੰਨ ਵੀ ਇੱਕ ਵਾਰ ਕਰ ਲੈਣਾ ਰੀਡ, ਠੀਕ ਹੈ। ਅਗਰ ਤੁਸੀਂ ਇੱਥੋਂ ਜੋੜ ਸਕਦੇ ਇਹਦੇ ਵਿੱਚ ਅੱਧਾ ਵੀ ਜੇ ਨਿਸ਼ਸਤਰੀਕਰਨ ਵਾਲਾ ਕੁਐਸਚਨ ਆਉਂਦਾ। ਹਾਂਜੀ, ਵਿਸ਼ਵੀਕਰਨ ਕੀ ਆ?
ਵਿਸ਼ਵੀਕਰਨ ਜਿਵੇਂ ਕਿ ਇਹਦੇ ਨਾਂ ਤੋਂ ਹੀ ਪਤਾ ਲੱਗਦਾ ਸਾਰੇ ਸੰਸਾਰ ਨੂੰ ਇੱਕ ਕਰਨਾ, ਠੀਕ ਹੈ। ਇਹ ਏਕੀਕਰਨ ਰਾਜਨੀਤਿਕ ਸੰਬੰਧਾਂ ਅਤੇ ਸੁਝਾਵਾਂ ਦੀ ਬਜਾਏ ਆਰਥਿਕ ਸੰਬੰਧਾਂ ਅਤੇ ਸੁਧਾਰਾਂ ਦੁਆਰਾ ਵਧੇਰੇ ਪ੍ਰਭਾਵਸ਼ਾਲੀ ਹੋ ਸਕਦਾ ਹੈ। ਵਿਸ਼ਵੀਕਰਨ ਦਾ ਸਧਾਰਨ ਅਰਥ ਹੈ ਇੱਕ ਰਾਜ ਦੀ ਅਰਥ ਅਵਸਥਾ ਨੂੰ ਵਿਸ਼ਵ ਦੇ ਦੂਜੇ ਰਾਸ਼ਟਰਾਂ ਦੀ ਅਰਥ ਅਵਸਥਾ ਨਾਲ ਜੋੜਨਾ ਅਤੇ ਇਸ ਦੇ ਮਾਰਕ ਦੇ ਵਿੱਚ ਆਉਣ ਵਾਲੇ ਰੁਕਾਵਟਾਂ ਨੂੰ ਦੂਰ ਕਰਨਾ, ਠੀਕ ਹੈ। ਇਸ ਦੇ ਵਿੱਚ ਸ਼ਾਮਲ ਹੈ ਆਯਾਤ ਨਿਰਯਾਤ ਦੀ ਨੀਤੀ ਦੇ ਵਿੱਚ ਛੂਟ, ਵਿਦੇਸ਼ੀ ਪੂੰਜੀ ਨਿਵਾਸ ਨੂੰ ਉਤਸ਼ਾਹਿਤ, ਬੈਂਕਿੰਗ, ਊਰਜਾ, ਬੀਮਾ ਇਹਨਾਂ ਖੇਤਰਾਂ ਵਿੱਚ ਨਿੱਜੀ ਖੇਤਰਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਦੇਣਾ, ਵਿਸ਼ਵੀਕਰਨ। ਅਤੇ ਨਿੱਜੀਕਰਨ ਕੀ ਹੈ, ਇਹਨੂੰ ਵੀ ਇੱਕ ਵਾਰ ਰੀਡ ਕਰ ਲੈਣਾ। ਨਿੱਜੀਕਰਨ, ਠੀਕ ਹੈ, ਸਰਵਜਨਕ ਖੇਤਰ ਦੇ ਮੁਕਾਬਲੇ ਨਿੱਜੀ ਖੇਤਰ ਨੂੰ ਉਤਸ਼ਾਹਿਤ ਕੀਤਾ ਜਾਂਦਾ, ਨਿੱਜੀ ਮਾਲਕੀਅਤ, ਠੀਕ ਹੈ, ਨਿੱਜੀਕਰਨ। ਅੱਗੇ ਹੈ ਵਿਸ਼ਵ ਵਪਾਰ ਸੰਗਠਨ, ਹਾਂਜੀ, WTO, ਇਹਨੂੰ ਵੀ ਇੱਕ ਵਾਰ ਜ਼ਰੂਰ ਰੀਡ ਕਰਨਾ, ਠੀਕ ਹੈ, ਇੰਪੋਰਟੈਂਟ ਹੈ ਵੀ। ਅਤੇ ਇਹ ਸੀ ਤੁਹਾਡੇ ਕੁਐਸਚਨਸ। ਥੈਂਕਸ।